ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ। ਹੋਏ ਮੁਸਲਿਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ। ਰਬ ਕੀ ਰਜਾਏ ਮੰਨੇ ਸਿਰ ਉਪਰ, ਕਰਤਾ ਮੰਨੇ ਆਪ ਗਵਾਵੈ। ਤਉ ਨਾਨਕ ਸਰਬ ਜੀਆ ਮਹਿਰਮਤ ਹੋਏ, ਤਾਂ ਮੁਸਲਮਾਨ ਕਹਾਵੈ। ਰਬ ਕੀ ਰਜਾਏ ਮੰਨੇ ਸਿਰ ਉਪਰ, ਕਰਤਾ ਮੰਨੇ ਆਪ ਗਵਾਵੈ। ਤਉ ਨਾਨਕ ਸਰਬ ਜੀਆ ਮਹਿਰਮਤ ਹੋਏ, ਤਾਂ ਮੁਸਲਮਾਨ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਾਗਦੀ ਜੋਤ, ਕਿਰਪਾ ਦੇ ਸਾਗਰ, ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਅਨੁਕੰਪਾ ਸਦਕਾ ਇਹ ਸਤਸੰਗਤ ਦੀਆਂ ਸੁਭਾਗ ਘੜੀਆਂ ਦਾ ਸਮਾਂ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਜਦੋਂ ਪ੍ਰਭੂ ਦੀ ਸਿਫਤ ਵਿੱਚ ਆਪਣੇ ਮਨ ਨੂੰ ਲਾਉਣਾ ਹੋਵੇ ਤਾਂ ਉਹਦੇ ਲਈ ਇਕਾਗਰਤਾ ਅਤੇ ਸ਼ਾਂਤੀ ਦੀ ਲੋੜ ਹੁੰਦੀ ਹੈ। ਸਤਿਗੁਰੂ ਜੀ ਦਾ ਪਾਵਨ ਅਸਥਾਨ, ਜਿੱਥੋਂ ਪ੍ਰਾਣੀ ਮਾਤਰ ਨੂੰ ਸੁੱਖ ਮਿਲਦਾ ਹੈ, ਇਸੇ ਕਰਕੇ ਬਹੁਤਾਤ ਗਿਣਤੀ ਵਿੱਚ ਸੰਗਤਾਂ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਨਤਮਸਤਕ ਹੁੰਦੀਆਂ। ਹੁਣ ਸਮਾਂ ਸਤਿਗੁਰਾਂ ਜੀ ਨੇ ਇਹੋ ਜਿਹਾ ਬਣਾਇਆ ਕਿ ਵਡਭਾਗੀ ਆ ਉਹ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇਹੋ ਜਿਹੇ ਟਿਕਾਅ ਵਿੱਚ, ਇਕਾਂਤ ਵਿੱਚ ਆਪਣੇ ਦਰਸ਼ਨ ਦੀਦਾਰ ਬਖਸ਼ੇ ਨੇ, ਆਪਣੇ ਤਖਤ ਅਸਥਾਨ ਦੀ ਸੰਗਤ ਬਖਸ਼ੀ ਹੈ। ਕਿਉਂਕਿ ਸਭ ਸੰਗਤਾਂ ਜਾਣਦੀਆਂ, ਮੱਥਾ ਵੀ ਟੇਕਣਾ ਹੋਵੇ
ਤੇ ਬਹੁਤ ਮੁਸ਼ਕਲ ਨਾਲ ਸਾਹਮਣੇ ਆਉਂਦੀ ਲੰਘਿਆ ਜਾਂਦਾ ਹੈ। ਬੜੇ ਸੇਵਾਦਾਰ ਨੇ, ਕਰਮਚਾਰੀ ਨੇ, ਸੰਗਤਾਂ ਨੂੰ ਦੱਸਦੇ ਹੈ, ਬਿਠਾਉਂਦੇ ਹੈ, ਲੰਘਾਉਂਦੇ ਹੈ। ਬੜਾ ਪ੍ਰਬੰਧ ਕਰਨਾ ਪੈਂਦਾ ਹੈ। ਹੁਣ ਸਤਿਗੁਰਾਂ ਜੀ ਨੇ ਸਮਾਂ ਇਹੋ ਜਿਹਾ ਲਿਆਂਦਾ, ਕਿਉਂਕਿ ਇਹ ਸਭ ਕੁਝ ਮਹਾਰਾਜ ਦੇ ਹੱਥ ਹੈ। ਤੇ ਜਿਨ੍ਹਾਂ ਨੂੰ ਇਹੋ ਜਿਹੀ ਇਕਾਂਤ ਵਿੱਚ ਵੀ ਜੇ ਮਨ ਨਾ ਟਿਕਿਆ ਤੇ ਫਿਰ ਕਿਵੇਂ ਟਿਕੇਗਾ। ਇੱਕ ਤਾਂ ਸਤਿਗੁਰੂ ਜੀ ਦੇ ਐਸੇ ਤਖਤ ਅਸਥਾਨ ਦੀ ਸੰਗਤ, ਦੂਸਰਾ ਇੰਨਾ ਟਿਕਾ, ਇੰਨੀ ਸ਼ਾਂਤੀ, ਕਿਉਂਕਿ ਸ਼ਾਂਤੀ ਵੀ ਆਪਣੇ ਆਪ ਵਿੱਚ ਜੋ ਇਹ ਇੱਕ ਸੁੱਖ ਹੈ। ਜਦੋਂ ਬਾਹਰਲੀਆਂ ਆਵਾਜ਼ਾਂ ਨੂੰ ਕੰਨ ਸੁਣਨੋਂ ਹਟ ਜਾਣ, ਨੇਤਰ ਬਾਹਰੋਂ ਭਟਕਣੋਂ ਹਟ ਜਾਣ, ਇਹ ਇੰਦਰੇ ਫਿਰ ਅੰਤਰਮੁਖੀ ਹੋਣ ਲੱਗ ਪੈਂਦੇ ਆ। ਜਦੋਂ ਬਾਹਰੋਂ ਇਹਨਾਂ ਇੰਦਰੀਆਂ ਦੁਆਰਾ ਆਪਣੇ ਅੰਦਰ ਨੂੰ ਖੋਜਣ ਦਾ ਮਾਰਗ ਲੱਭੇ, ਕੰਨਾਂ ਨਾਲ ਜਦੋਂ ਸਤਿਗੁਰੂ ਦੀ ਬਾਣੀ ਦਾ ਕੀਰਤਨ ਕੇਵਲ ਸੁਣੇ, ਹੋਰ ਕੋਈ ਆਵਾਜ਼ ਨਾ ਕੰਨਾਂ ਵਿੱਚ ਪਵੇ, ਤੇ ਉਹ ਪ੍ਰੀਤ ਦੀ ਰੀਤ ਉਤਪੰਨ ਹੁੰਦੀ ਹੈ। ਇਹੋ ਜਿਹਾ ਪਿਆਰ ਜੁੜੇ ਹੋਏ ਮਨ ਨਾਲ ਇਕਾਗਰਤਾ ਸਹਿਤ ਪ੍ਰਾਪਤ ਹੁੰਦਾ ਹੈ ਕਿ ਮਨ ਨੂੰ ਅਸੀਮ ਸੁੱਖ ਮਿਲਦਾ ਹੈ। ਉਹ ਸੁੱਖ ਦੱਸਿਆ ਨਹੀਂ ਜਾ ਸਕਦਾ। ਫਿਰ ਜਦੋਂ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦੀ ਕਥਾ ਹੋਵੇ, ਇੱਕ ਇੱਕ ਸ਼ਬਦ ਮਨ ਦੇ ਅੰਦਰ ਇਕਾਗਰਤਾ ਸਹਿਤ ਵਸਦਾ ਜਾਵੇ, ਕਿਉਂਕਿ ਜਿਹੜੀ ਬੂੰਦਾਬਾਂਦੀ ਹੁੰਦੀ ਹੈ ਨਿੱਕੀ ਨਿੱਕੀ, ਉਹ ਲਗਾਤਾਰ ਹੋਈ ਜਾਂਦੀ ਹੈ ਤੇ ਉੱਚੇ ਟਿੱਬਿਆਂ ਦੇ ਉੱਤੇ ਵੀ ਸਲਾਬ ਪੈਦਾ ਕਰ ਦਿੰਦੀ ਹੈ। ਜਿਹੜੀ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਹੈ, ਇਹ ਜਿਨ੍ਹਾਂ ਨੂੰ ਸ਼ਬਦ ਦੇ ਕੀਰਤਨ ਸੁਣਨ ਨਾਲ ਅਰਥ ਨਹੀਂ ਸਮਝ ਪੈਂਦੇ, ਜਾਂ ਮਨ ਇੰਨੇ ਅਹੰਕਾਰੀ ਹੈ ਕਿ ਸ਼ਬਦ ਦੀ ਲੈ ਵਿੱਚ ਆਉਂਦੇ ਨਹੀਂ, ਉਹ ਅਹੰਕਾਰੀ ਉੱਚੇ ਮਨਾਂ ਉੱਤੇ ਜਿਹੜੇ ਟਿੱਬਿਆਂ ਦੀ ਨਿਆਈ ਬੜੀ ਹਉਮੈ ਕਰਦੇ ਹੈ, ਉਹਨਾਂ ਦੇ ਵੀ ਹਉਮੈ ਦੇ ਗੜ੍ਹ ਨੂੰ ਮਹਾਰਾਜ ਦੀ ਬਾਣੀ ਦੀ ਕਥਾ ਤੋੜਦੀ ਹੈ। ਉੱਥੇ ਵੀ ਸ਼ਰਧਾ ਰੂਪੀ ਸਲਾਬ ਪੈਦਾ ਕਰ ਦਿੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਇੱਥੇ ਆਪ ਬੰਦਗੀ ਵਿੱਚ ਆਪਣਾ ਸਮਾਂ ਬਤੀਤ ਕੀਤਾ ਹੈ, ਤੇ ਤਕਰੀਬਨ ਖਾਲਸਾ ਪੰਥ ਦੇ ਅੰਦਰ ਜਿੰਨੀਆਂ ਵੀ ਸਿਰਮੌਰ ਹਸਤੀਆਂ ਹੋਈਆਂ ਨੇ, ਉਹਨਾਂ ਨੇ ਇਸ ਅਸਥਾਨ ਤੇ ਬੰਦਗੀ ਕੀਤੀ ਹੈ। ਇਸ ਅਸਥਾਨ ਤੋਂ ਉਹਨਾਂ ਨੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਰਹਿਮੋ ਕਰਮ ਨੂੰ ਪ੍ਰਾਪਤ ਕਰਕੇ, ਬਖਸ਼ਿਸ਼ ਨੂੰ ਪ੍ਰਾਪਤ ਕਰਕੇ, ਉਹਨਾਂ ਨੇ ਦੁਨੀਆ ਦੇ ਅੰਦਰ ਸਤਿਗੁਰੂ ਦੇ ਉਪਦੇਸ਼ ਦੀ ਸ਼ਹਿਬਰ ਲਾਈ। ਮਹਾਰਾਜ ਜੀ ਦਾ ਇਹ ਪਵਿੱਤਰ ਸਥਾਨ, ਜਿੱਥੇ ਭਾਵੇਂ ਇੰਨੇ ਸ਼ੋਰ ਵਿੱਚ ਵੀ ਕੋਈ ਬੈਠਦਾ ਸੀ ਤੇ ਤਾਂ ਵੀ ਉਹਨੂੰ ਸਕੂਨ ਮਿਲਦਾ ਸੀ, ਕਿਉਂਕਿ ਇੱਥੇ ਚਹਿਲ ਪਹਿਲ ਹਰ ਵੇਲੇ ਲੱਗੀ ਰਹਿੰਦੀ ਹੈ। ਤਾਂ ਹੁਣ ਤਾਂ ਕਿਉਂਕਿ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੀ ਆਪਾਂ ਦਰਸ਼ਨ ਕਰੀਏ, ਬਜ਼ੁਰਗ ਦੱਸਿਆ ਕਰਦੇ, ਅਸੀਂ ਆਪਣੇ ਬਚਪਨ ਦੇ ਖੁਦ ਵੇਖਣ ਦਾ ਵੀ ਕਿ ਸੰਗਤ ਬਹੁਤਾਤ ਨਹੀਂ ਸੀ ਆਉਂਦੀ, ਤੇ ਪ੍ਰਕਰਮਾਂ 'ਚ ਵੀ ਕਿਤੇ ਬੈਠ ਕਰਕੇ ਤੁਸੀਂ ਸ਼ਾਂਤੀ ਨਾਲ ਕੀਰਤਨ ਸੁਣ ਸਕਦੇ ਆ।
ਪਰ ਹੁਣ ਤਾਂ ਇੰਨੀ ਜ਼ਿਆਦੀ ਸੰਗਤ ਦੀ ਆਮਦ ਸੀ ਕਿ ਪ੍ਰਕਰਮਾਂ ਵਿੱਚ ਵੀ ਜਿਹੜਾ ਹੈ ਉਹ ਟਿਕਾ ਨਾਲ ਬਹਿਣਾ ਔਖਾ ਹੈ। ਜੇ ਅੰਦਰ ਤੁਸੀਂ ਟਿਕ ਕੇ ਬੈਠ ਜਾਓ ਫਿਰ ਤਾਂ ਕੀਰਤਨ ਸੁਣ ਸਕਦੇ ਹਾਂ, ਕਿਉਂਕਿ ਸੰਗਤ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਤੇ ਵਡਭਾਗੀ ਹੈ ਉਹ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਦਰਸ਼ਨ ਦੀਦਾਰ ਬਖਸ਼ੇ, ਸੰਗਤ ਬਖਸ਼ੀ। ਤੇ ਜਿਹੜੇ ਦੂਰ ਭਾਵੇਂ ਨਗਰ ਵਿੱਚ ਬੈਠ ਕਰਕੇ, ਕਿਉਂਕਿ ਇਹ ਨਹੀਂ ਕਿ ਬਾਹਰਲੇ ਦੇਸ਼ਾਂ ਵਿੱਚ, ਕਿਉਂਕਿ ਨੈਟ ਰਾਹੀਂ ਕਥਾ ਤਾਂ ਸਭ ਥਾਵਾਂ ਤੇ ਕੀਰਤਨ ਜਾਂਦਾ ਹੈ, ਕਥਾ ਜਾਂਦੀ, ਅਰਦਾਸਾਂ ਦੀ ਆਵਾਜ਼ ਜਾਂਦੀ ਹੈ। ਨਗਰ ਵਿੱਚ ਵੀ ਜਿਹੜੇ ਪ੍ਰੇਮੀ ਰੋਜ਼ ਦੇ ਮਹਾਰਾਜ ਦੇ ਸਤਸੰਗੀ ਹੈ, ਇਹ ਨਹੀਂ ਕਿ ਉਹ ਹੁਣ ਆ ਨਹੀਂ ਸਕਦੇ ਤੇ ਮਹਾਰਾਜ ਦੀ ਬਾਣੀ ਦੀ ਕਥਾ ਨਹੀਂ ਸੁਣਦੇ, ਸਭ ਸੁਣਦੇ ਆ ਬੜੇ ਪਿਆਰ ਨਾਲ। ਤੇ ਜਿਹੜੇ ਸਤਿਗੁਰੂ ਜੀ ਦੇ ਨਾਲ ਪਿਆਰ ਕਰਦੇ ਆ, ਮਹਾਰਾਜ ਉਹਨਾਂ ਦੀ ਮਨ ਕਰਕੇ ਹਾਜ਼ਰੀ ਲਾਉਂਦੇ ਆ। ਸਤਿਗੁਰੂ ਜੀ ਦੀ ਇਹ ਪਵਿੱਤਰ ਬਾਣੀ ਦੀ ਕਥਾ ਮਾਝ ਰਾਗ ਦੀ ਵਾਰ ਦੇ ਅੰਦਰ ਚੱਲ ਰਹੀ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਆ, ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਜੀ ਮਹਾਰਾਜ ਹਜੂਰ ਆਪਣੇ ਸ਼੍ਰੀ ਕੰਠ ਤੋਂ ਇਹ ਪਵਿੱਤਰ ਸ਼ਲੋਕ ਮਹਾਰਾਜ ਜੀ ਉਚਾਰਨ ਕਰ ਰਹੇ ਹਨ। ਮੁਸਲਮਾਨ ਕਹਾਵਣ ਮੁਸ਼ਕਲ। ਸਤਿਗੁਰੂ ਜੀ ਨੇ ਇਹ ਵੀ ਸ਼ਬਦ ਕਾਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਸੁਲਤਾਨਪੁਰ ਲੋਧੀ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਕਾਜੀ ਸੱਚਾ ਮੁਸਲਮਾਨ ਕਹਾਉਣਾ ਬੜਾ ਔਖਾ ਹੈ। ਕਹਿਣ ਲੱਗਾ, ਮਹਾਰਾਜ ਮੈਂ ਮੁਸਲਮਾਨ ਹਾਂ। ਮਹਾਰਾਜ ਕਹਿੰਦੇ, ਨਹੀਂ, ਤੇਰੇ ਜਿਹੜੇ ਸਾਰੇ ਕਰਤੱਵ ਨੇ ਉਹ ਕਾਫਰਾਂ ਵਾਲੇ ਐ, ਤੂੰ ਮੁਸਲਮਾਨ ਕਿਵੇਂ ਹੋ ਸਕਦਾ ਹੈ। ਇਹ ਪਿੱਛੇ ਸਾਰੇ ਉਸ ਪ੍ਰਕਰਨ ਦੇ ਸ਼ਬਦ ਆਏ ਐ। ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਜੀ ਨੇ ਉਸ ਨੂੰ ਸੱਚਾ ਮੁਸਲਮਾਨ ਬਣਨ ਦਾ ਉਪਦੇਸ਼ ਦਿੱਤਾ ਹੈ, ਮਹਾਰਾਜ ਜੀ ਨੇ ਸਾਨੂੰ ਸੱਚੇ ਸਿੱਖ ਬਣਨ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਨੇ ਹਿੰਦੂ ਨੂੰ ਸੱਚਾ ਹਿੰਦੂ ਬਣਨ ਦਾ ਉਪਦੇਸ਼ ਦਿੱਤਾ। ਜਿਹੜਾ ਮਨੁੱਖ ਆਪਣੇ ਧਰਮ ਵਿੱਚ ਪਰਪੱਕ ਨਹੀਂ ਰਹਿ ਸਕਦਾ, ਸਾਧ ਸੰਗਤ ਜੀ, ਉਹ ਕਿਸੇ ਦਾ ਕੁਝ ਵੀ ਨਹੀਂ ਸਵਾਰ ਸਕਦਾ। ਅੰਦਰੋਂ ਕਪਟੀ ਤੇ ਛਲੀਆ ਮਨੁੱਖ ਉਹ ਤਾਂ ਸਗੋਂ ਆਪਣੇ ਆਪ ਦਾ ਘਾਤ ਕਰ ਰਿਹਾ ਹੈ। ਕਿਸੇ ਦਾ ਭਲਾ ਉਹਦੇ ਹੱਥੋਂ ਕਿਵੇਂ ਹੋ ਸਕਦਾ ਹੈ। ਆਪਣੇ ਖੁਦ ਦੇ ਜੀਵਨ ਨੂੰ ਬਰਬਾਦ ਕਰਦਾ ਹੈ। ਮਹਾਰਾਜ ਕਹਿੰਦੇ, ਭਾਈ ਬਾਹਰਲੇ ਸਾਰੇ ਕਰਮ ਧਰਮ ਦਾ ਲਿਬਾਸ। ਸਤਿਗੁਰੂ ਜੀ ਕਹਿੰਦੇ, ਭਾਈ ਇਹ ਧਰਮੀ ਨਹੀਂ ਬਣ ਸਕਦਾ ਜਿੰਨਾ ਚਿਰ ਕਿ ਧਰਮ ਦੇ ਜਿਹੜੇ ਅਸੂਲ ਨੇ ਉਹਨਾਂ ਦੇ ਉੱਤੇ ਅਮਲ ਨਾ ਕਰੇ, ਜੇ ਉਹਨਾਂ ਨੂੰ ਧਾਰਨ ਨਾ ਕਰੇ। ਜੇ ਹੁਣ ਅਸੀਂ ਵੀ ਕੇਵਲ ਦਿਖਾਵੇ ਮਾਤਰ ਮਹਾਰਾਜ ਜੀ ਦੇ ਕਕਾਰ ਪਾਈਏ, ਬਾਣਾ ਪਾਈਏ, ਪਰ ਜਦੋਂ ਕਿਤੇ ਵਕਾਰਾਂ ਦਾ ਪ੍ਰਭਾਵ ਆਵੇ ਬਾਣਾ ਲਾ ਦਈਏ, ਕਕਾਰ ਵਿਸਾਰ ਦਈਏ, ਫਿਰ ਸਤਿਗੁਰੂ ਜੀ ਦੀ ਸਿੱਖੀ ਨਾਲ ਉਪਦੇਸ਼ ਨਾਲ ਮਨੋਂ ਪਿਆਰ ਨਹੀਂ ਹੈ।
ਜਿਨ੍ਹਾਂ ਕੁਰੀਤੀਆਂ ਤੋਂ ਹਜੂਰ ਨੇ ਰੋਕਿਆ, ਮਨਾ ਕੀਤਾ ਹੈ, ਉਹਨਾਂ ਵਿੱਚ ਸਾਡਾ ਮਨ ਪ੍ਰਵਿਰਤ ਹੈ। ਸਤਿਗੁਰਾਂ ਜੀ ਨੇ ਤਾਂ ਏਡਾ ਵੱਡਾ ਜਿਹੜਾ ਸੀ ਪ੍ਰਤੱਖ ਦਿਖਾ ਕਰਕੇ ਉਪਦੇਸ਼ ਦਿੱਤਾ ਸੀ ਕਿ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾਤੀ ਸੀ। ਤੇ ਮਹਾਰਾਜ ਨੇ ਜ਼ਾਹਰ ਕੀਤਾ ਸੀਗਾ, ਜਦੋਂ ਪੁੱਛਿਆ ਸਿੰਘਾਂ ਨੇ, ਮਹਾਰਾਜ ਇਹ ਸਾਰਾ ਨਗਰ ਡਰ ਗਿਆ, ਇਹਦਾ ਕੀ ਕਾਰਨ? ਮਹਾਰਾਜ ਉਹ ਤਾਂ ਘੁਮਿਆਰ ਦਾ ਖੋਤਾ ਸੀਗਾ। ਸਤਿਗੁਰੂ ਜੀ ਨੇ ਆਖਿਆ ਸੀ, ਖਾਲਸਾ ਜੀ ਇਹ ਅਸੀਂ ਤੁਹਾਨੂੰ ਦਿਖਾਉਣ ਵਾਸਤੇ ਸਾਰਾ ਕੌਤਕ ਰਚਿਆ। ਮਹਾਰਾਜ ਸਾਨੂੰ ਨਹੀਂ ਪਤਾ ਲੱਗਾ ਕਿ ਆਪ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ। ਸਤਿਗੁਰਾਂ ਜੀ ਨੇ ਆਖਿਆ ਸੀ ਕਿ ਖਾਲਸਾ ਜੀ ਮੇਰਾ ਜਿਹੜਾ ਇਹ ਬਾਣਾ ਹੈ ਨਾ, 5 ਕਕਾਰ ਨੇ, ਤੇ ਜਿਹੜਾ ਸਤਿਗੁਰਾਂ ਸਾਨੂੰ ਧਰਮ ਦਾ ਲਿਬਾਸ ਬਖਸ਼ਿਸ਼ ਕੀਤਾ ਹੈ, ਮਹਾਰਾਜ ਕਹਿੰਦੇ ਇਹ ਸ਼ੇਰ ਵਾਲਾ ਬਾਣਾ ਹੈ। ਤੇ ਜੇ ਤਾਂ ਮਹਾਰਾਜ ਕਹਿੰਦੇ ਭਾਈ ਕਰਤੂਤ ਵੀ ਸ਼ੇਰਾਂ ਵਾਲੀ ਹੋਈ ਤਾਂ ਫਿਰ ਮੇਰਾ ਬਾਣਾ ਪਹਿਰ ਕੇ ਜਿੱਧਰ ਨੂੰ ਜਾਓਗੇ ਸਭ ਜਿਹੜੇ ਜ਼ਾਲਮ ਨੇ, ਦੰਭੀ ਨੇ, ਤੁਹਾਡੇ ਤੋਂ ਡਰਨਗੇ, ਭੈ ਕਰਨਗੇ। ਪਰ ਜੇ ਮਹਾਰਾਜ ਕਹਿੰਦੇ ਮੇਰਾ ਬਾਣਾ ਤਾਂ ਸ਼ੇਰਾਂ ਵਾਲਾ ਉੱਤੇ ਹੋਇਆ, ਜਿਵੇਂ ਖੱਲ ਪਾਈ ਸੀ ਸ਼ੇਰ ਦੀ, ਤੇ ਕਰਤੂਤ ਜਿਹੜੀ ਸੀ ਗਧਿਆਂ ਵਾਲੀ ਹੋਈ, ਕਰਨੀ ਜਿਹੜੀ ਹੈ ਉਹ ਨਹੀਂ ਮੇਰੇ ਸ਼ਬਦ ਵਾਲੀ, ਕਰਨੀ ਸਾਡੀ ਰਹਿਤ ਵਾਲੀ ਨਹੀਂ, ਤਾਂ ਮਹਾਰਾਜ ਕਹਿੰਦੇ ਭਾਈ ਫਿਰ ਮੇਰੇ ਬਾਣੇ ਦੀ ਉਹ ਖਾਲੀ ਪਾਈ ਹੈ, ਥੱਲੇ ਅੰਦਰ ਅੰਤਰੀਵ ਜਿਹੜੀ ਹੈ ਨਾ ਉਹ ਬੁੱਧੀ ਖੋਤੇ ਵਾਲੀ ਹੈ। ਕਰਮ ਜਿਹੜੇ ਆ ਉਹ ਗਧਿਆਂ ਵਾਲੇ ਆ। ਤੇ ਮਹਾਰਾਜ ਕਹਿੰਦੇ ਜਦੋਂ ਸੰਸਾਰ ਦੇ ਲੋਕ ਸਿਆਣ ਲਿਆ ਕਰਨਗੇ ਕਿ ਭਾਈ ਇਹ ਤਾਂ ਸਿੰਘ ਨਹੀਂ, ਬਾਹਰੋਂ ਇਹਨੇ ਲਿਬਾਸ ਹੀ ਸਿੰਘ ਪੁਣੇ ਦਾ ਪਾਇਆ ਹੈ, ਫਿਰ ਮਹਾਰਾਜ ਕਹਿੰਦੇ ਉਹੋ ਜੀ ਦੁਰਗਤ ਹੋਵੇਗੀ ਜਿਹੜੀ ਵੇਖੋ ਘੁਮਿਆਰ ਨੇ ਫਿਰ ਖੋਤੇ ਦੀ ਦੁਰਗਤ ਕੀਤੀ ਆ। ਇਸੇ ਤਰ੍ਹਾਂ ਹੀ ਲੋਕ ਫਿਰ ਅਪਮਾਨ ਕਰਨਗੇ, ਬਹੁਤ ਜ਼ਿਆਦਾ ਲਹਾਈ ਹੋਵੇਗੀ। ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਤੱਖ ਦਿਖਾਇਆ ਤੇ ਆਪਣੇ ਸ਼੍ਰੀ ਮੁਖ ਤੋਂ ਕਿਹਾ ਕਿ ਮੈਨੂੰ ਸਿੱਖਾ ਤੇਰੀ ਦੇਹ ਪਿਆਰੀ ਨਹੀਂ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ, ਮਮ ਰਹਿਤ ਪਿਆਰੀ ਆਹੇ। ਵੇਖੋ ਇਹੋ ਹੀ ਅਸੂਲ ਹੈ। ਹੁਣ ਸਤਿਗੁਰੂ ਜੀ ਮਹਾਰਾਜ ਮੁਸਲਮਾਨ ਨੂੰ ਦੱਸਦੇ ਹੈ ਕਿ ਇਹ ਕਾਜੀ ਸੱਚਾ ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਹੈ, ਬੜੀ ਔਖੀ ਗੱਲ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਕਾਜੀ ਨੂੰ ਸਿੱਖਿਆ ਦੇ ਰਹੇ ਹੈ, ਤੇ ਕਾਜੀ ਫਿਰ ਪੁੱਛੇਗਾ ਕਿ ਮਹਾਰਾਜ ਮੈਂ ਮੁਸਲਮਾਨ ਕਿਵੇਂ ਬਣ ਸਕਦਾ ਹਾਂ, ਕਿਉਂਕਿ ਕਾਜੀ ਤਾਂ ਆਪਣੇ ਆਪ 'ਚ ਧਰਮ ਦੇ ਚਿੰਨ੍ਹ ਪਾਈ ਮੁਸਲਮਾਨ ਬਣਿਆ ਬੈਠਾ। ਇਸੇ ਤਰ੍ਹਾਂ ਮੁਸਲਮਾਨ ਹੀ ਨਹੀਂ, ਉਹ ਤਾਂ ਮੁਸਲਮਾਨਾਂ ਦਾ ਜਿਹੜਾ ਹੈ ਉਹ ਮੁਖੀਆ ਬਣਿਆ ਬੈਠਾ ਹੈ ਕਿ ਮੈਂ ਮੁਸਲਮਾਨਾਂ ਨੂੰ ਧਰਮ ਦੀ ਵਿਵਸਥਾ ਦੱਸਣ ਵਾਲਾ, ਕਿ ਮੁਸਲਮਾਨ ਧਰਮ ਵਿੱਚ ਕਿਵੇਂ ਪਰਪੱਕ ਰਹੀਦਾ ਹੈ। ਇਹੀ ਕਾਜੀ ਦੱਸਦੇ ਆ ਨਾ, ਪਰ ਹਜੂਰ ਕਹਿੰਦੇ ਤੂੰ ਮੁਸਲਮਾਨ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚਾ ਮੁਸਲਮਾਨ ਬਣਨਾ ਬੜਾ ਕਠਨ ਹੈ, ਬੜਾ ਦੁਸਤਰ ਹੈ। ਤੇ ਫਿਰ ਕਾਜੀ ਪੁੱਛੇਗਾ, ਮਹਾਰਾਜ ਜਿਵੇਂ ਦੱਸਦੇ ਆ ਕਿ ਸੱਚਾ ਮੁਸਲਮਾਨ ਕਿਵੇਂ ਬਣਿਆ ਜਾਂਦਾ ਹੈ। ਹਜੂਰ ਫਰਮਾਉਂਦੇ ਹਨ, ਮੁਸਲਮਾਨ ਕਹਾਵਣ ਮੁਸ਼ਕਲ। ਹਜੂਰ ਕਹਿੰਦੇ ਸੱਚਾ ਮੁਸਲਮਾਨ ਕਹਾਉਣਾ ਜਿਹੜਾ ਨਾ ਕਾਜੀ ਸਾਹਿਬ ਉਹ ਬੜਾ ਮੁਸ਼ਕਲ ਹੈ, ਬੜਾ ਕਠਨ ਹੈ, ਬੜਾ ਦੁਸਤਰ ਹੈ। ਜਾ ਹੋਏ ਤਾਂ ਮੁਸਲਮਾਨ ਕਹਾਵੇ। ਜਾਂ ਮਹਾਰਾਜ ਕਹਿੰਦੇ ਭਾਈ ਆਪਣੇ ਮਾਨ ਨੂੰ ਅੰਦਰੋਂ ਮੁਸ ਲਵੇ ਨਾ, ਅੰਦਰੋਂ ਹੰਕਾਰ ਨੂੰ ਨਿਵਰਤ ਕਰੇ, ਤਾਂ ਮਹਾਰਾਜ ਕਹਿੰਦੇ ਮੁਸਲਮਾਨ ਕਹਾ ਸਕਦਾ ਹੈ। ਜੇ ਕਰਕੇ ਮਹਾਰਾਜ ਕਹਿੰਦੇ ਭਾਈ ਮੁਸਲਮਾਨ ਕਹਾਉਣਾ ਚਾਹੁੰਦਾ ਤਾਂ ਕੈਸਾ ਮੁਸਲਮਾਨ ਹੋਵੇ, ਤੇ ਫਿਰ ਮੁਸਲਮਾਨ ਬਣ ਸਕਦਾ ਏ। ਅਵਲ ਔਲ ਦੀਨ ਕਰ ਮਿੱਠਾ। ਮਹਾਰਾਜ ਕਹਿੰਦੇ ਨੇ ਅਵਲ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਔਲ ਔਲੀਏ ਹਨ, ਪੈਗੰਬਰ ਹਨ, ਉਹਨਾਂ ਦਾ ਦੱਸਿਆ ਹੋਇਆ ਜਿਹੜਾ ਦੀਨ ਧਰਮ ਹੈ ਨਾ, ਉਹਨੂੰ ਮਿੱਠਾ ਕਰਕੇ ਮੰਨਣਾ। ਧਰਮ ਜਿਹੜਾ ਹੈ ਉਹਨੂੰ ਤਾਂ ਤਿਆਗਿਆ ਹੋਇਆ ਹੈ। ਕਿੱਥੇ ਲਿਖਿਆ ਹੋਇਆ ਕੁਰਾਨ ਸ਼ਰੀਫ ਦੇ ਅੰਦਰ ਕਿ ਜਿਹੜੇ ਐਸੇ ਲੋਕ ਵੈ ਹੋਣ ਸੱਚੇ
ਤੇ ਉਹਨੂੰ ਪੈਸੇ ਲੈ ਕਰਕੇ ਝੂਠਾ ਸਾਬਤ ਕਰ ਦਿਓ। ਕਿੱਥੇ ਲਿਖਿਆ ਹੋਇਆ ਕਿ ਝੂਠੇ ਨੂੰ ਸੱਚਾ ਸਾਬਤ ਕਰ ਦਿਓ ਪੈਸੇ ਲੈ ਕਰਕੇ? ਕਾਜੀ ਸਾਹਿਬ ਲਿਖਿਆ ਕਿਤੇ ਕੁਰਾਨ ਸ਼ਰੀਫ ਦੇ ਅੰਦਰ? ਤਾਂ ਕਹਿਣਾ ਪੈਣਾ ਸੀ ਨਹੀਂ ਲਿਖਿਆ, ਕਿਉਂਕਿ ਪੈਗੰਬਰ ਨੇ ਨਹੀਂ ਦੀਨ ਦੇ ਅੰਦਰ ਇਹੋ ਜੀ ਸਿੱਖਿਆ ਦਿੱਤੀ। ਜੋ ਮਹਾਰਾਜ ਕਹਿੰਦੇ ਭਾਈ ਅਵਲ ਸਭ ਤੋਂ ਪਹਿਲਾਂ ਤਾਂ, ਕਿਉਂਕਿ ਹਰ ਕੋਈ ਆਪਣੇ ਪੈਗੰਬਰ ਦੇ ਕਹੇ ਲੱਗਦਾ ਨਾ, ਤਾਂ ਹੀ ਤਾਂ ਧਰਮ 'ਚ ਪ੍ਰਵਿਰਤ ਹੁੰਦਾ ਹੈ। ਜੇ ਆਪਾਂ ਵੀ ਗੁਰੂ ਸਾਹਿਬ ਦੀ ਸਿੱਖਿਆ ਹੀ ਨਹੀਂ ਕਮਾਉਂਦੇ ਤੇ ਧਰਮ 'ਚ ਕਿਵੇਂ ਪ੍ਰਵਿਰਤ ਹੋ ਸਕਦੇ ਆ? ਫਿਰ ਬਾਹਰੋਂ ਪਖੰਡ ਹੀ ਧਰਮ ਦਾ ਲਿਬਾਸ ਹੀ ਧਾਰਨ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਜੋ ਸਤਿਗੁਰਾਂ ਜੀ ਨੇ ਸਾਨੂੰ ਉਪਦੇਸ਼ ਦ੍ਰਿੜਾਇਆ ਹੈ, ਉਸ ਉਪਦੇਸ਼ ਵਿੱਚ ਆਪ ਪ੍ਰਵਿਰਤ ਹੋਈਏ, ਉਸ ਉਪਦੇਸ਼ ਨੂੰ ਆਪਣੇ ਮਨ ਕਰਕੇ ਧਾਰਨ ਕਰੀਏ, ਮਿੱਠਾ ਮੰਨੀਏ। ਪਰ ਮਹਾਰਾਜ ਦੀ ਬਾਣੀ ਤਾਂ ਉਪਦੇਸ਼ ਸਾਧ ਸੰਗਤ ਜੀ ਮਨ ਨੂੰ ਕੌੜਾ ਲੱਗਦਾ ਹੈ। ਮਾਫ ਕਰਨਾ, ਜੇ ਇਹ ਸ਼ਬਦ ਆਪਾਂ ਕਿਸੇ ਨੂੰ ਕਹੀਏ ਤਾਂ ਉਹ ਕਹੇਗਾ ਨਹੀਂ ਮੈਨੂੰ ਤਾਂ ਮਿੱਠਾ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਮਨ ਨੂੰ ਗੁਰੂ ਕੀ ਬਾਣੀ ਮਿੱਠੀ ਲੱਗ ਜਾਂਦੀ ਹੈ ਨਾ, ਇਹ ਫਿਰ ਮਨ ਜਾਗਾ ਕਿ ਇਹ ਨਿਸ਼ਾਨੀ ਮਿੱਠੀ ਲੱਗੈ ਸ਼੍ਰੀ ਗੁਰਬਾਣੀ। ਸਤਿਗੁਰੂ ਜੀ ਦੀ ਬਾਣੀ ਜਦੋਂ ਮਿੱਠੀ ਲੱਗਦੀ ਉਦੋਂ ਮਨ ਫਿਰ ਜਾਗ ਪੈਂਦਾ ਸੁੱਤਾ ਪਿਆ। ਜਿੰਨਾ ਚਿਰ ਸੁੱਤਾ ਹੋਇਆ ਨਾ ਮਨ, ਉਹਨਾਂ ਚਿਰ ਗੁਰੂ ਜੀ ਦਾ ਉਪਦੇਸ਼ ਮਿੱਠਾ ਨਹੀਂ ਲੱਗਦਾ, ਕੌੜਾ ਲੱਗਦਾ ਹੈ। ਅੰਮ੍ਰਿਤ ਵੇਲਾ ਉੱਠਣਾ ਕੌੜਾ ਲੱਗਦਾ ਹੈ। ਮਨ ਮਾਰ ਕੇ ਸ਼ਬਦ ਵਿੱਚ ਸੁਰਤ ਟਿਕਾਉਣੀ ਕੌੜੀ ਲੱਗਦੀ, ਕਿਉਂਕਿ ਮਨ ਟਿਕਦਾ ਨਹੀਂ। ਮਨ ਕਹਿੰਦਾ ਮੈਨੂੰ ਨਹੀਂ ਇਹ ਚੀਜ਼ ਪਾਉਂਦੀ। ਜਿਵੇਂ ਅੜੀਅਲ ਘੋੜਾ ਮਸਾਲਾ ਨਹੀਂ ਲੈਂਦਾ ਹੈ ਤਾਂ ਉਹਦੇ ਲਈ ਲਾਭਕਾਰੀ, ਪਰ ਲੈਂਦਾ ਨਹੀਂ ਨਾ ਮਸਾਲਾ। ਪਰ ਫਿਰ ਵੀ ਉਹਦਾ ਮਾਲਕ ਜਿਹੜਾ ਹੈ ਉਹਨੂੰ ਫਿਰ ਉਹ ਬੜੇ ਕੋਸ਼ਿਸ਼ ਨਾਲ ਮਸਾਲਾ ਦਿੰਦਾ, ਜਿਹਦੇ ਨਾਲ ਉਹ ਰਾਜੀ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨ ਬਹੁਤ ਅੜੀਅਲ ਹੈ। ਇਹ ਗੁਰੂ ਜੀ ਦੇ ਸ਼ਬਦ ਰੂਪੀ ਮਸਾਲੇ ਨੂੰ ਸਾਧ ਸੰਗਤ ਜੀ ਲੈਂਦਾ ਨਹੀਂ। ਪਰ ਕੀ ਹੈ ਕਿ ਜਿਹੜੇ ਫਿਰ ਬਹੁਤ ਯਤਨ ਨਾਲ ਇਸ ਮਨ ਨੂੰ ਮਾਰਦੇ ਐ, ਗੁਰੂ ਜੀ ਦੇ ਸ਼ਬਦ ਦਾ ਮਸਾਲਾ ਇਹਨੂੰ ਦਿੰਦੇ ਐ, ਹੌਲੀ ਹੌਲੀ ਫਿਰ ਇਹ ਰਾਜੀ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਾਜੀ ਜਿਹੜੀ ਸਿੱਖਿਆ ਤੁਸੀਂ ਦੀਨ ਦੀ ਦਿੰਨੇ ਹੋ, ਆਪਣੇ ਮਨ ਵਿੱਚ ਝਾਤੀ ਮਾਰ ਕੇ ਉਸ ਦੀਨ ਦੀ ਸਿੱਖਿਆ ਨੂੰ ਆਪ ਕਮਾਉਂਦੇ ਹੋ। ਆਪਣੇ ਅਮਲੀ ਜੀਵਨ ਵਿੱਚ ਆਪਣੇ ਔਲੀਏ ਪੀਰ ਜੋ ਪੈਗੰਬਰ ਹਨ, ਉਹਨਾਂ ਦੇ ਦੱਸੇ ਹੋਏ ਦੀਨ ਨੂੰ ਮਿੱਠਾ ਕਰਕੇ ਤੇਰੇ ਮਨ ਨੇ ਮੰਨਿਆ ਹੈ। ਜਿਸ ਦੀਨ ਧਰਮ ਦੀ ਬਾਬਤ ਤੂੰ ਸਾਰਿਆਂ ਨੂੰ ਸਿੱਖਿਆ ਦ੍ਰਿੜਾਉਣਾ ਹੈ, ਮਸੀਤ ਦੇ ਅੰਦਰ ਦੱਸਦਾ ਹੈ ਧਰਮ ਦੀ ਵਿਵਸਥਾ, ਦੱਸ ਆਪਣੇ ਮਨ ਨੂੰ ਪੁੱਛ ਕਿ ਤੇਰੇ ਮਨ ਨੇ ਜਿਹੜੋ ਪੈਗੰਬਰ ਨੇ ਦੀਨ ਦੱਸਿਆ ਹੈ ਉਸ ਨੂੰ ਮਿੱਠਾ ਕਰਕੇ ਮੰਨ ਲਿਆ ਹੈ? ਨਹੀਂ ਮੰਨਿਆ ਨਾ, ਤਾਂ ਇਸੇ ਕਰਕੇ ਮਹਾਰਾਜ ਕਹਿੰਦੇ ਤੂੰ ਮੁਸਲਮਾਨ ਕਿਵੇਂ ਕਹਾ ਸਕਦਾ ਹੈ? ਮੁਸਲਮਾਨ ਵਾਸਤੇ ਅਵਲ ਪਹਿਲਾ ਕੀ ਹੈ? ਅਵਲ ਔਲ ਦੀਨ ਕਰ ਮਿੱਠਾ। ਮਹਾਰਾਜ ਕਹਿੰਦੇ ਭਾਈ ਅਵਲ ਸਭ ਤੋਂ ਪਹਿਲਾਂ ਜਿਹੜਾ ਹੈ ਔਲੀਏ ਦਾ ਪੈਗੰਬਰ ਦਾ ਦੱਸਿਆ ਹੋਇਆ ਜਿਹੜਾ ਦੀਨ ਧਰਮ ਹੈ, ਉਹਨੂੰ ਹਜੂਰ ਕਹਿੰਦੇ ਭਾਈ ਮਿੱਠਾ ਕਰਕੇ ਮੰਨਣਾ ਕਰੇ। ਜੋ ਉਪਦੇਸ਼ ਦਿੱਤਾ ਤੁਹਾਡੇ ਪੈਗੰਬਰ ਨੇ ਉਸ ਨੂੰ ਮਹਾਰਾਜ ਕਹਿੰਦੇ ਭਾਈ ਹਿਰਦੇ ਕਰਕੇ ਪ੍ਰੇਮ ਕਰੇ ਤੇ ਮਿੱਠਾ ਕਰਕੇ ਮੰਨੇ। ਮਸਕਲ ਮਾਨਾ ਮਾਲ ਮੁਸਾਵੈ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜਾ ਅੰਦਰ ਮਾਣ ਹੈ ਨਾ, ਅੰਦਰ ਹੰਕਾਰ ਹੈ, ਉਸ ਹੰਕਾਰ ਦਾ ਉਸ ਮਾਣ ਦਾ ਮਸਕੱਲਾ ਕਰੇ। ਜਿਵੇਂ ਸਾਧ ਸੰਗਤ ਜੀ ਸ਼ਸਤਰ ਹੁੰਦਾ ਨਾ, ਉਹਨੂੰ ਜਿਹੜਾ ਜੰਗਾਲ ਪੈ ਜਾਂਦਾ, ਜਰ ਪੈ ਜਾਂਦੀ ਹੈ, ਤੇ ਉਸ ਜਰ ਨੂੰ ਜਿਹੜਾ ਮਾਂਜਣਾ ਨਾ, ਉਤੋਂ ਸਾਫ਼ ਕਰਨਾ, ਉਹਨੂੰ ਮਸਕੱਲਾ ਕਰਨਾ ਕਹਿੰਦੇ ਆ। ਜਿਹੜਾ ਉਤੋਂ ਰਗੜ ਰਗੜ ਕੇ ਉਹਦਾ ਜਿਹੜਾ ਹੈ ਉਹਦੀ ਜਰ ਲਾ ਦੇਣੀ। ਫਿਰ ਵਿੱਚੋਂ ਕੀ ਹੁੰਦਾ, ਉਹ ਚਮਕ ਪੈਂਦਾ ਹੈ। ਜਿਵੇਂ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਨਾ, ਇਹ ਆਦਿ ਕਾਲ ਤੋਂ ਹੀ ਮਹਾਰਾਜ ਦੇ ਘਰ ਵਿੱਚ ਦਿਨ ਪੁਰਬਾਂ ਤੇ ਸ਼ਸਤਰਾਂ ਦੇ ਮਾਂਜਣ ਦੀ ਸੇਵਾ ਕੀਤੀ ਜਾਂਦੀ ਹੈ। ਹਜੂਰ ਆਪ ਕਰਾਉਂਦੇ ਰਹੇ, ਆਪਣੇ ਗਾਤਰੇ ਦੇ ਆਪਣੇ ਖਜ਼ਾਨੇ ਦੇ ਸ਼ਸਤਰਾਂ ਨੂੰ ਕਢਾ ਕਰਕੇ, ਤੇ ਉਹ ਬੜੇ ਤਰੀਕੇ ਨਾਲ ਫਿਰ ਬੜੇ ਸੋਹਣੇ ਔਜ਼ਾਰ ਹੁੰਦੇ ਆ ਜਿਨ੍ਹਾਂ ਨਾਲ
ਮਾਂਜ ਕਰਕੇ ਸ਼ਸਤਰਾਂ ਦਾ ਜਿਹੜਾ ਹੈ ਉਹ ਜਰ ਲਾਇਆ ਜਾਂਦਾ ਹੈ, ਉੱਤੇ ਮੈਲ ਉਤਾਰੀ ਜਾਂਦੀ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਮਨ ਹੈ ਨਾ, ਇਹ ਤਾਂ ਆਪਣੇ ਆਪ ਵਿੱਚ ਸੁੱਧ ਸਰੂਪ ਹੈ। ਗੱਲ ਕੀ ਹੈ ਕਿ ਮਨ ਤਾਂ ਚਮਕਿਆ ਪਿਆ ਹੈ, ਪਰ ਮਨ ਦੇ ਉੱਤੇ ਵਿਕਾਰਾਂ ਦੀ ਜਰ ਲੱਗ ਗਈ ਹੈ। ਮਹਾਰਾਜ ਕਹਿੰਦੇ ਭਾਈ ਪਾਪਾਂ ਦੀ ਮੈਲ ਚੜ ਗਈ ਇਸ ਮਨ ਦੇ ਉੱਤੇ। ਤੇ ਕਾਜੀ ਸਾਹਿਬ ਜਿੰਨਾ ਚਿਰ ਆਪਣੇ ਮਨ ਨੂੰ ਮਸਕੱਲਾ ਹੀ ਨਹੀਂ ਕੀਤਾ ਤੇ ਫਿਰ ਦੂਸਰੇ ਨੂੰ ਕਿਵੇਂ ਸਿੱਖਿਆ ਦੇ ਸਕਦੇ ਆ? ਮਨ ਦਾ ਮਸਕੱਲਾ ਕਰਨਾ ਕੀ ਹੈ? ਮਹਾਰਾਜ ਨੇ ਕਿਹਾ ਅਹੰ ਤਜ ਤਜਨਾ ਕਸਨ ਕਸਾਬ ਹੈ। ਹੰਕਾਰ ਦਾ ਬਾਰ-ਬਾਰ ਜਿਹੜਾ ਛੱਡਣਾ ਨਾ, ਇੱਕ ਘਸਾਉਣਾ ਹੈ ਉੱਤੇ। ਤੇ ਘਸਾਉਣਾ ਕੀ ਹੈ? ਗੁਰੂ ਕੇ ਸਿੱਖ ਨੇ, ਸਾਧ ਸੰਗਤ ਜੀ, ਵਾਹਿਗੁਰੂ ਮੰਤਰ ਨਾਲ ਇਸ ਨੂੰ ਮਸਕੱਲਾ ਕਰਨਾ ਹੈ। ਮੂਲ ਮੰਤਰ ਨਾਲ, ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦੇ ਨਾਲ ਇਸ ਮਨ ਦਾ ਮਸਕੱਲਾ ਕਰਨਾ ਹੈ। ਜਿਹੜੇ ਸਤਿਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਮਾਂਜਦੇ ਆ ਨਾ, ਫਿਰ ਹੌਲੀ ਹੌਲੀ ਮਾਂਜਦਿਆਂ ਮੈਲ ਹੀ ਲੱਗੀ ਹੈ। ਆਪਣੇ ਆਪ ਵਿੱਚ ਮਨ ਜਿਹੜਾ ਨਾ, ਉਹ ਸਾਧ ਸੰਗਤ ਜੀ ਸੁੱਧ ਸਰੂਪ ਹੈ, ਜੋਤ ਰੂਪ ਹੈ। ਜਦੋਂ ਮੈਲ ਲੱਥਦੀ ਹੈ, ਮਨ ਆਪਣੇ ਆਪ ਨੂੰ ਪਛਾਣ ਲੈਂਦਾ ਹੈ, ਆਪਣੇ ਸਰੂਪ ਨੂੰ ਜਾਣ ਲੈਂਦਾ ਹੈ, ਮਨ ਅਮਨ ਹੋ ਜਾਂਦਾ ਹੈ। ਫਿਰ ਮਨ ਦੀ ਮਨੌਤ ਨਹੀਂ ਰਹਿੰਦੀ ਹੈ। ਮਨ ਆਪਣੇ ਜੋਤੀ ਸਰੂਪ ਨੂੰ, ਪ੍ਰਕਾਸ਼ ਸਰੂਪ ਨੂੰ ਪਹਿਚਾਣ ਲੈਂਦਾ ਹੈ ਤੇ ਲੈ ਹੋ ਜਾਂਦਾ ਹੈ ਉਸ ਨਿਰੰਕਾਰ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਾਜੀ ਆਪਣੇ ਮਨ ਦਾ ਮਸਕੱਲਾ ਕਦੇ ਕੀਤਾ ਹੈ? ਸਾਧ ਸੰਗਤ ਜੀ, ਧਰਮੀ ਪੁਰਖ ਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ, ਇੱਕ ਤਾਂ ਧਰਮ ਦਾ ਬਾਣਾ ਉੱਤੋਂ ਪਾਇਆ ਹੈ, ਉਹਦਾ ਆਪਣੇ ਗੁਨਾਹਾਂ ਵੱਲ ਧਿਆਨ ਨਹੀਂ ਜਾਂਦਾ। ਉਹ ਸੰਸਾਰ ਦੇ ਲੋਕ ਉਹਨੂੰ ਬੜਾ ਪੂਜਨੀਕ ਮੰਨਦੇ ਹੈ। ਇੰਨੇ ਭੈੜੇ ਕਰਮ ਲੁਕ ਕੇ ਕਰਦਾ ਹੈ, ਪਰ ਸੰਸਾਰ ਵਿੱਚ ਆਪਣੇ ਆਪ ਨੂੰ ਫਿਰ ਚੰਗਾ ਕਹਾਉਂਦਾ ਹੈ, ਫਿਰ ਆਪਣੀ ਵਡਿਆਈ ਲੋਚਦਾ ਹੈ। ਇਹੋ ਜਿਹਾ ਪੁਰਖ ਤਾਂ ਸਮਾਜ ਲਈ ਵੀ ਬਹੁਤ ਘਾਤਕ ਹੁੰਦਾ, ਬਹੁਤ ਜ਼ਿਆਦਾ। ਇਸੇ ਕਰਕੇ ਸਮਾਜ ਦੀ ਵਿਵਸਥਾ ਗਿਰਦੀ ਜਾਂਦੀ ਹੈ ਕਿ ਜਿੱਡੇ ਵੱਡੇ ਅਸੀਂ ਧਰਮੀ, ਉਨੇ ਹੀ ਸਾਡੇ ਜਿਹੜੇ ਕਰਮ ਹੈ, ਕਰਤੂਤਾਂ ਜਿਹੜੀਆਂ ਉਹ ਚੰਗੀਆਂ ਨਹੀਂ, ਗੁਰੂ ਜੀ ਦੀ ਸਿੱਖਿਆ ਵਾਲੀਆਂ ਨਹੀਂ ਹਨ। ਇਸ ਕਰਕੇ ਜਿਹੜਾ ਹੈ ਧਰਮ ਦੀ ਵਿਵਸਥਾ, ਉਹ ਸਾਧ ਸੰਗਤ ਜੀ ਦਿਨ ਪਰ ਦਿਨ ਕਮਜ਼ੋਰ ਪੈਂਦੀ ਜਾਂਦੀ ਹੈ। ਕਿਉਂਕਿ ਕਹਿਣਾ ਕੁਛ ਹੋਰ ਹੈ ਤੇ ਕਰਨਾ ਕੁਛ ਹੋਰ ਹੈ। ਜਿਵੇਂ ਮਹਾਰਾਜ ਕਿਹਾ ਕਿ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਨਾਲ ਅਸੀਂ ਬਹੁਤ ਚੰਗੇ ਹਾਂ, ਬੜੇ ਮਹਾਂਪੁਰਖਾਂ, ਬ੍ਰਹਮ ਗਿਆਨੀ ਹਾਂ, ਪਰ ਜਿਹੜੇ ਸਾਡੇ ਆਚਾਰ ਨੇ, ਕਰਤੱਵ ਨੇ, ਉਹ ਬੜੇ ਬੁਰੇ ਹੈ, ਉਹ ਚੰਗੇ ਨਹੀਂ ਹਨ। ਭਾਵੇਂ ਕਿ ਜਦੋਂ ਵੀ ਸਮਝ ਲੱਗ ਜਾਵੇ। ਵੇਖੋ ਏਡੇ ਏਡੇ ਧਾਰਮਿਕ ਆਗੂ ਜਿਹੜੇ ਸੀ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਰਹਿਨੁਮਾਈ ਪ੍ਰਾਪਤ ਕਰਕੇ ਸਦਗਤੀ ਨੂੰ ਪ੍ਰਾਪਤ ਹੋਏ, ਕਿਉਂਕਿ ਹਜੂਰ ਨੇ ਉਹਨਾਂ ਨੂੰ ਮਨ ਦਾ ਹਾਲ ਦਿਖਾਇਆ। ਉਦੋਂ ਹੀ ਗੁਨਾਹਾਂ ਤੋਂ ਤੌਬਾ ਕਰਕੇ ਅੱਲਾ ਦੀ ਸੱਚੀ ਇਬਾਦਤ ਵਿੱਚ ਲੱਗੇ। ਤੇ ਸਾਧ ਸੰਗਤ ਜੀ, ਵਾਹਿਗੁਰੂ ਦੇ ਬਖਸ਼ਣ ਵਿੱਚ ਕੋਈ ਦੇਰ ਨਹੀਂ ਹੁੰਦੀ। ਜਦੋਂ ਹੀ ਮਨੁੱਖ ਮੁੜ ਪਵੇ ਸੱਚੇ ਦਿਲ ਤੋਂ ਕਿ ਮਹਾਰਾਜ ਮੈਂ ਭੁੱਲਿਆ ਹੋਇਆ ਸੀ, ਕਿਰਪਾ ਕਰਕੇ ਮੈਨੂੰ ਅੰਦਰੋਂ ਵੀ ਧਰਮੀ ਬਣਾ ਲਓ। ਮਹਾਰਾਜ ਮੈਨੂੰ ਜਿੱਥੇ ਬਾਹਰੋਂ ਲੋਕ ਤੁਹਾਡਾ ਕਹਿੰਦੇ ਐ ਲਾਜ ਰੱਖੋ ਮਹਾਰਾਜ ਆਪਣੇ ਬਾਣੇ ਦੀ, ਮੈਨੂੰ ਮਹਾਰਾਜ ਅੰਦਰੋਂ ਵੀ ਆਪਣਾ ਪਿਆਰ ਲਾ ਦਿਓ। ਸਤਿਗੁਰੂ ਜੀ ਬਖਸ਼ਿੰਦ ਨੇ ਮਹਾਰਾਜ, ਤਰਸ ਕਰਦੇ ਐ। ਅੱਲਾ ਬਹੁਤ ਦਇਆਵਾਨ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਤਾਂ ਮਿਹਰਬਾਨਗੀ ਸਦਾ ਕਰਦਾ ਹੈ। ਜਦੋਂ ਅੱਲਾ ਦੇ ਅੱਗੇ ਕੋਈ ਫਰਿਆਦ ਕਰਦਾ ਨਾ ਸੱਚੇ ਦਿਲ ਤੋਂ, ਚਾਹੇ ਉਹ ਗੁਨਾਹਾਂ ਨਾਲ ਹੀ ਲਿਬੜਿਆ ਹੋਇਆ ਹੋਵੇ, ਉਹਦੀ ਸੱਚੀ ਜਿਹੜੀ ਪੁਕਾਰ ਹੈ ਉਹ ਅੱਲਾ ਦੇ ਦਰ ਤੇ ਪਹੁੰਚਦੀ ਹੈ। ਇੰਨੇ ਪ੍ਰੇਮ ਨਾਲ ਕਿਤੇ ਜੁੜ ਜਾਵੇ ਤੇ ਫਿਰ ਗੁਨਾਹਾਂ ਦਾ ਭਰਿਆ ਹੋਇਆ ਵੀ ਉਹਨੂੰ ਅੱਲਾ ਬਖਸ਼ ਦਿੰਦਾ ਹੈ ਤੇ ਆਪਣੇ ਪ੍ਰਾਪਤੀ ਦਾ ਮਾਰਗ ਦਿਖਾਉਂਦਾ ਹੈ। ਮਹਾਰਾਜ ਕਹਿੰਦੇ ਭਾਈ ਕਾਜੀ ਸਾਹਿਬ ਮਨ ਦਾ ਮਸਕੱਲਾ ਕਦੇ ਕੀਤਾ ਹੀ ਨਹੀਂ।
ਜਿਹੜਾ ਆਪਣੇ ਮਨ ਨੂੰ ਸ਼ਿਕਲ ਕਰਦਾ ਹੈ ਨਾ, ਸਾਫ਼ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਉਹ ਮੁਸਲਮਾਨ ਕਹਾ ਸਕਦਾ ਹੈ। ਫਿਰ ਪੜ੍ਹ ਦਿਓ। ਮਸਕਲ ਮਾਨਾ ਮਾਲ ਮੁਸਾਵੈ। ਮਹਾਰਾਜ ਕਹਿੰਦੇ ਭਾਈ ਮਸਕਲ ਮਾਨਾ ਮਾਲ ਮੁਸਾਵੈ। ਜਿਹੜਾ ਫਿਰ ਮਾਲ ਆਪਣੇ ਕੋਲ ਧਨ ਦੌਲਤ ਕਾਜੀ ਸਾਹਿਬ ਇਕੱਠੀ ਕੀਤੀ ਹੈ ਨਾ, ਇਹ ਸਾਰੀ ਮੁਸਾਵੇ ਲੁਟਾ ਦੇਵੇ। ਇਹ ਨਾ ਗਰੀਬਾਂ ਦਾ ਹੱਕ ਮਾਰ ਮਾਰ ਕੇ ਜਿਹੜੀ ਇਕੱਠੀ ਕੀਤੀ ਹੈ, ਉਹਨੂੰ ਮਹਾਰਾਜ ਕਹਿੰਦੇ ਭਾਈ ਲੁਟਾ ਦੇਣਾ ਚਾਹੀਦਾ, ਗਰੀਬਾਂ ਵਿੱਚ ਹੀ ਵੰਡ ਦੇਣਾ ਚਾਹੀਦਾ। ਉਹਦੀ ਮੇਰ ਨਾ ਕਰੇ। ਇਹ ਨਾ ਕਹੇ ਕਿ ਠੱਗੀਆਂ ਮਾਰਿਆ ਧਨ ਜਿਹੜਾ ਚਲੋ ਜਿੰਨਾ ਇਕੱਠਾ ਕਰ ਲਿਆ ਹੁਣ ਗਾਂਹ ਨਹੀਂ ਕਰਾਂਗੇ, ਹੁਣ ਗਾਂਹ ਸਿੱਧੇ ਰਾਹ ਤੇ ਚੱਲ ਪੈਨੇ ਆ, ਤੁਰਿਆ ਨਹੀਂ ਜਾਂਦਾ। ਜਿੰਨਾ ਚਿਰ ਸੱਚੇ ਮਨੋਂ ਮਹਾਰਾਜ ਜੀ ਦੇ ਨਾਲ ਨਾ ਜੁੜੇ, ਆਪਣੇ ਜਿਹੜਾ ਧਨ ਇਕੱਠਾ ਕੀਤਾ ਹੈ ਗਰੀਬਾਂ ਦਾ ਹੱਕ ਮਾਰ ਕੇ, ਉਹਨੂੰ ਜੇ ਸਾਂਭ ਕਰਕੇ ਰੱਖੇ ਤੇ ਕਿਵੇਂ ਤੁਰਿਆ ਜਾਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਿਛਲੇ ਗੁਨਾਹਾਂ ਨੂੰ ਤਾਂ ਹੀ ਤੌਬਾ ਕਰ ਸਕਦਾ ਨਾ ਕਿ ਜੇ ਕਰਕੇ ਜੋ ਗੁਨਾਹਾਂ ਦੀ ਕੀਤੀ ਹੋਈ ਪੂੰਜੀ ਹੈ ਉਹਨੂੰ ਮਹਾਰਾਜ ਕਹਿੰਦੇ ਭਾਈ ਫਿਰ ਗਰੀਬਾਂ ਵਿੱਚ ਹੀ ਵੰਡ ਦੇਵੇ ਤੇ ਟੇਕ ਅੱਲਾ ਤੇ ਰੱਖੇ। ਟੇਕ ਆਪਣੀ ਉਸ ਜਿਹੜੀ ਹੈ ਬੁਰੀ ਕੀਤੀ ਹੋਈ ਕਮਾਈ ਦੇ ਉੱਤੇ ਨਾ ਰੱਖੇ ਕਿ ਉਹਦੇ ਕਰਕੇ ਮੇਰਾ ਨਿਰਵਾਹ ਹੋਵੇਗਾ। ਮਹਾਰਾਜ ਕਹਿੰਦੇ ਮਾਲ ਵੀ ਜਿਹੜਾ ਨਾ ਜਿੰਨਾ ਧਨ ਇਕੱਠਾ ਕੀਤਾ ਹੈ ਉਹਨੂੰ ਮੁਸਾ ਦੇਵੇ, ਭਾਵ ਲੁਟਾ ਦੇਵੇ। ਫਿਰ ਇਸੇ ਪ੍ਰਕਾਰ ਹੀ ਮਸਕਲ ਮਾਨਾ ਮਾਲ ਮੁਸਾਵੈ। ਮਹਾਰਾਜ ਕਹਿੰਦੇ ਭਾਈ ਜਿੱਥੇ ਆਪਣੇ ਮਨ ਨੂੰ ਸਿਕਲ ਕਰਨਾ ਹੈ ਨਾ, ਔਗਣਾਂ ਦੀ ਮੈਲ ਲਾਉਣੀ ਹੈ, ਪਾਪਾਂ ਦੀ ਮੈਲ ਲਾਉਣੀ ਹੈ, ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀ ਆਸੁਰੀ ਸੰਪਦਾ ਰੂਪੀ ਮਾਲ ਚਿੰਬੜਿਆ ਹੋਇਆ ਨਾ, ਇਹ ਵੀ ਮਹਾਰਾਜ ਕਹਿੰਦੇ ਜਿਹੜਾ ਭਾਈ ਆਸੁਰੀ ਸੰਪਦਾ ਦਾ ਮਾਲ ਸਾਂਭੀ ਬੈਠਾ ਹੈ, ਇਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਲੁਟਾ ਦੇਵੇ, ਭਾਵ ਆਸੁਰੀ ਸੰਪਦਾ ਨੂੰ ਆਪਣੇ ਅੰਦਰੋਂ ਨਾਸ਼ ਕਰਨਾ ਕਰੇ। ਹੋਏ ਮੁਸਲਿਮ ਦੀਨ ਮੁਹਾਣਾ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ ਦੀਨ ਦੇ ਧਰਮ ਦੇ ਮਹਾਰਾਜ ਕਹਿੰਦੇ ਮੁਹਾਣੇ ਮਲਾਹ ਹਨ, ਪੈਗੰਬਰ ਹਨ। ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਧਰਮ ਦਾ ਉਪਦੇਸ਼ ਹੈ ਉਹਦੇ ਅੰਦਰ ਹੋਏ ਮੁਸਲਮ। ਮਹਾਰਾਜ ਕਹਿੰਦੇ ਭਾਈ ਮੁਸਲਮ ਅਸਥਿਤ ਹੋਣਾ ਕਰੇ, ਪਕਿਆਈ ਦੇ ਸਹਿਤ ਆਪਣੇ ਪੀਰ ਦਾ, ਆਪਣੇ ਪੈਗੰਬਰ ਦਾ ਜਿਹੜਾ ਦਿੱਤਾ ਹੋਇਆ ਦੀਨ ਦਾ ਧਰਮ ਦਾ ਉਪਦੇਸ਼ ਹੈ ਮੁਹਾਣੇ ਮਲਾਹ ਨੂੰ ਕਹਿੰਦੇ ਹੈ। ਕਿਉਂਕਿ ਮਲਾਹ ਦੇ ਉੱਤੇ ਹੀ ਜੇ ਵਿਸ਼ਵਾਸ ਨਾ ਕਰੇ ਤੇ ਬੇੜਾ ਕਿਵੇਂ ਪਾਰ ਲੱਗੇਗਾ। ਜਿਹੜੇ ਸਤਿਗੁਰੂ ਜੀ ਹਨ ਇਹ ਸਾਧ ਸੰਗਤ ਜੀ ਇਸ ਸੰਸਾਰ ਸਮੁੰਦਰ ਦੇ ਮਲਾਹ ਹਨ। ਮਹਾਰਾਜ ਜਿਹੜੇ ਸਤਿਗੁਰੂ ਜੀ ਰੂਪੀ ਮਲਾਹ ਦੇ ਉੱਪਰ ਵਿਸ਼ਵਾਸ ਕਰਦੇ ਹੈ, ਮਲਾਹ ਜਿਹੜੇ ਆ ਨਾ ਜਦੋਂ ਬੇੜਾ ਸਾਧ ਸੰਗਤ ਜੀ ਤੋਰਦੇ ਹੈ, ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੱਪਰ ਪੈਂਦੇ ਹੈ, ਕਿੱਥੇ ਜਿਹੜਾ ਜਹਾਜ਼ ਫਸ ਕਰਕੇ ਵਿੱਚ ਗਰਕ ਹੋ ਸਕਦਾ ਹੈ, ਉਥੋਂ ਬਚਾ ਕਰਕੇ ਮਲਾਹ ਜਿਹੜੇ ਆ ਨਾ ਉਹ ਜਹਾਜ਼ ਨੂੰ ਬੰਨੇ ਲਾ ਦਿੰਦੇ ਆ, ਪਾਰ ਲਾ ਦਿੰਦੇ ਆ। ਤੇ ਜੇ ਮਲਾਹ ਦੇ ਕਹੇ ਨਾ ਲੱਗੇ ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਜਿਹੜੇ ਕੱਪਰ ਹਨ ਨਾ ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਪੈਂਦੀਆਂ, ਉਹਨਾਂ ਵਿੱਚ ਹੀ ਜਹਾਜ਼ ਜਿਹੜੇ ਉਹ ਗਰਕ ਹੋ ਜਾਂਦੇ ਆ। ਇਹ ਸਰੀਰ ਜਿਹੜੇ ਆ ਕਾਮ ਰੂਪੀ ਕੱਪਰ ਦੇ ਵਿੱਚ ਗਰਕ ਹੋ ਜਾਂਦੇ ਆ, ਕ੍ਰੋਧ ਰੂਪੀ ਕੱਪਰ 'ਚ ਗਰਕ ਹੋ ਜਾਂਦੇ ਆ। ਐਸਾ ਇਹ ਸੰਸਾਰ ਸਮੁੰਦਰ ਹੈ ਜਿੱਥੇ ਬੜੇ ਬੜੇ ਕੱਪਰ ਪੈ ਰਹੇ ਆ। ਜਿਹੜਾ ਸਾਧ ਸੰਗਤ ਜੀ ਗੁਰੂ ਰੂਪੀ ਮਲਾਹ ਦੇ ਆਖੇ ਲੱਗਦਾ ਨਾ, ਉਹਦਾ ਫਿਰ ਜਿਹੜਾ ਹੈ ਸਰੀਰ ਰੂਪੀ ਬੇੜਾ, ਇਹ ਗੁਰੂ ਰੂਪੀ ਮਲਾਹ ਪੂਰਾ ਜਿਹੜਾ ਹੈ ਤੋੜ ਨਿਭਾ ਦਿੰਦੇ ਆ, ਭਾਵ ਮੁਕਤੀ ਰੂਪੀ ਕੰਢੇ ਤੇ ਲਾ ਦਿੰਦੇ ਆ। ਮਹਾਰਾਜ ਕਹਿੰਦੇ ਭਾਈ ਜਿਹੜਾ ਦੀਨ ਦਾ ਮੁਹਾਣਾ ਮਲਾਹ ਹੈ, ਜਿਵੇਂ ਮੁਹੰਮਦ ਸਾਹਿਬ ਨੂੰ ਮਲਾਹ ਮੰਨਦੇ ਆ, ਆਪਣਾ ਪੀਰ ਮੰਨਦੇ ਆ, ਪੈਗੰਬਰ ਮੰਨਦੇ ਆ, ਤੋ ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਪੜੋ ਹੋਏ ਮੁਸਲਿਮ ਦੀਨ ਮੁਹਾਣਾ। ਮਹਾਰਾਜ ਕਹਿੰਦੇ ਭਾਈ ਆਪਣੇ ਮੁਹਾਣੇ ਮਲਾਹ ਦੇ ਪੈਗੰਬਰ ਦੇ ਦੀਨ ਦੇ ਧਰਮ ਦੇ ਉਪਦੇਸ਼ ਨੂੰ ਦੱਸੇ ਹੋਏ ਨੂੰ
ਉਹਦੇ ਵਿੱਚ ਮਹਾਰਾਜ ਕਹਿੰਦੇ ਭਾਈ ਮੁਸੱਲਮ ਪਰਪੱਕ ਹੋਣਾ ਕਰੇ। ਮਰਨ ਜੀਵਨ ਕਾ ਭਰਮ ਚੁਕਾਵੇ, ਤੇ ਮਰਨ ਤੇ ਜਿਉਣ ਦਾ ਭਰਮ ਜਿਹੜਾ ਪਿਆ ਹੋਇਆ ਨਾ ਉਹ ਚੁਕਾਵੇ। ਮਰਨ ਦਾ ਡਰ ਲੱਗਾ ਰਹਿੰਦਾ ਹੈ, ਜੀਵਨ ਦੀ ਆਸਾ ਬਣੀ ਰਹਿੰਦੀ ਹੈ। ਇਹ ਮਹਾਰਾਜ ਕਹਿੰਦੇ ਜਿਹੜਾ ਭਰਮ ਅੰਦਰ ਪਿਆ ਹੋਇਆ ਨਾ, ਕਾਜੀ ਸਾਹਿਬ ਇਸ ਭਰਮ ਨੂੰ ਨਾਸ਼ ਕਰੇ। ਭਾਵ ਆਪਣੇ ਗੁਰੂ ਦੇ, ਆਪਣੇ ਪੈਗੰਬਰ ਦੇ ਪਰਾਇਣ ਹੋ ਜਾਵੇ। ਆਪਣਾ ਜਿਹੜਾ ਸਿਰ ਹੈ ਨਾ, ਇਹ ਆਪਣੇ ਗੁਰੂ ਨੂੰ ਭੇਟ ਕਰ ਦੇਵੇ। ਤੇ ਜੇ ਕਰਕੇ ਆਪਣੇ ਅੰਦਰ ਮਰਨ ਦੀ ਚਿੰਤਾ ਲੱਗੀ ਹੋਈ ਹੈ, ਜੀਵਨ ਦੀ ਜ਼ਿੰਦਗੀ ਦੀ ਲਾਲਸਾ ਬਣੀ ਹੋਈ ਹੈ, ਤੇ ਫਿਰ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਨੂੰ ਆਪਣਾ ਆਪ ਨਹੀਂ ਅਰਪਣ ਕੀਤਾ, ਪੈਗੰਬਰ ਨੂੰ ਆਪਣਾ ਆਪ ਨਹੀਂ ਅਰਪਣ ਕੀਤਾ। ਕਿਉਂਕਿ ਪੈਗੰਬਰ ਨੇ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਸੱਚਾ ਮੁਸਲਮਾਨ ਤਾਂ ਬਣ ਸਕਦਾ ਹੈ ਜੇ ਕਰਕੇ ਕਿ ਆਪਣਾ ਆਪ ਧਰਮ ਦੇ ਅਧੀਨ ਕਰੇ। ਤੇ ਜੇ ਧਰਮ ਦੀ ਸਿੱਖਿਆ ਨੂੰ ਹੀ ਮਹਾਰਾਜ ਕਹਿੰਦੇ ਭਾਈ ਸੁਣਾਈ ਜਾਂਦਾ ਹੈ, ਆਪਣੇ ਮਨ ਵਿੱਚ ਮਰਨ ਦੀ ਚਿੰਤਾ ਲੱਗੀ ਹੈ, ਜੀਵਨ ਦੀ ਲਾਲਸਾ ਬਣੀ ਹੈ, ਇਹ ਭਰਮ ਹੀ ਨਹੀਂ ਗਵਾਇਆ, ਤਾਂ ਫਿਰ ਆਪਾਂ ਕਿਵੇਂ ਜਿਹੜਾ ਹੈ ਆਪਣੇ ਪੀਰ ਦੇ ਪੈਗੰਬਰ ਦੇ ਮਹਾਰਾਜ ਕਹਿੰਦੇ ਆਖੇ ਲੱਗਦੇ ਆ? ਨਹੀਂ ਆਖੇ ਲੱਗ ਰਹੇ ਨਾ ਕਾਜੀ ਸਾਹਿਬ। ਜਿਹੜਾ ਤੁਹਾਡੇ ਦੀਨ ਦਾ ਮਲਾਹ ਹੈ, ਜਿਹੜਾ ਤੁਹਾਨੂੰ ਧਰਮ ਦੀ ਵਿਵਸਥਾ ਦੱਸੀ ਹੈ, ਉਹਦੇ ਅੰਦਰ ਮਹਾਰਾਜ ਕਹਿੰਦੇ ਭਾਈ ਤੁਸੀਂ ਪਰਪੱਕ ਨਹੀਂ ਹੋ। ਤੋ ਹਜੂਰ ਫਰਮਾਉਂਦੇ ਆ ਮਰਨ ਜੀਵਨ ਕਾ ਭਰਮ ਚੁਕਾਵੇ। ਮਹਾਰਾਜ ਕਹਿੰਦੇ ਭਾਈ ਜੰਮਣ ਤੇ ਮਰਨ ਦਾ ਜਿਹੜਾ ਭਰਮ ਪਿਆ ਹੋਇਆ ਅੰਦਰ, ਉਹ ਚੁਕਾ ਦੇਵੇ, ਆਪਣੇ ਅੰਦਰੋਂ ਨਾਸ਼ ਕਰੇ। ਨਿਸ਼ਚਾ ਕਰੇ ਕਿ ਮੇਰਾ ਜੰਮਣ ਮਰਨ ਮੇਰਾ ਪੀਰ ਮੇਰਾ ਪੈਗੰਬਰ ਨਾਸ਼ ਕਰੇਗਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਫਿਰ ਜਿਹੜੀ ਰੱਬ ਦੀ ਰਜਾ ਹੈ ਨਾ, ਖੁਦਾ ਦੀ ਜੋ ਰਜਾ ਹੈ, ਉਹਨੂੰ ਮਹਾਰਾਜ ਕਹਿੰਦੇ ਭਾਈ ਸਿਰ ਮੱਥੇ ਮੰਨਣਾ ਕਰੇ, ਉਹਦੇ ਵਿੱਚ ਖੁਸ਼ ਰਹੇ। ਇਹ ਨਹੀਂ ਕਿ ਜੋ ਅੱਲਾ ਕਰਦਾ ਉਹਦੇ ਵਿੱਚ ਜਿਹੜਾ ਹੈ ਕਿ ਨਹੀਂ ਸੀ ਹੋਣਾ ਚਾਹੀਦਾ, ਮੇਰਾ ਨੁਕਸਾਨ ਕਿਉਂ ਹੋ ਗਿਆ। ਮਹਾਰਾਜ ਕਹਿੰਦੇ ਭਾਈ ਇਹ ਭਾਣਾ ਜਿਹੜਾ ਨਾ ਉਹਨੂੰ ਮਿੱਠਾ ਕਰਕੇ ਮੰਨਣਾ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਸਿਰ ਉੱਤੇ ਖਿੜੇ ਮੱਥੇ ਮੰਨਣਾ ਕਰੇ ਕਿ ਮਹਾਰਾਜ ਭਲਾ ਹੋਇਆ। ਇਉਂ ਮਹਾਰਾਜ ਕਹਿੰਦੇ ਖੁਦਾ ਦੀ ਰਜਾ ਵਿੱਚ ਰਾਜੀ ਰਹੇ, ਜੋ ਅੱਲਾ ਕਰਦਾ ਉਹਦੇ ਹੁਕਮ ਵਿੱਚ ਪ੍ਰਸੰਨ ਰਹੇ, ਸਿਰ ਮੱਥੇ ਮੰਨਣਾ ਕਰੇ। ਕਰਤਾ ਮੰਨੇ ਆਪ ਗਵਾਵੇ। ਫਿਰ ਕਰਤਾ ਪੁਰਖ ਅੱਲਾ ਨੂੰ ਮੰਨੇ ਤੇ ਆਪਣੇ ਆਪ ਦਾ ਜਿਹੜਾ ਹੰਕਾਰ ਹੈ ਉਹਨੂੰ ਗਵਾਉਣਾ ਕਰੇ। ਇਹ ਨਹੀਂ ਕਿ ਆਪਣੇ ਆਪ ਨੂੰ ਕਰਤਾ ਮੰਨੇ ਕਿ ਮੈਂ ਹੀ ਕਰਨ ਵਾਲਾ ਹਾਂ, ਮੈਂ ਨਾ ਮਸੀਤ ਵਿੱਚ ਹੋਵਾਂ ਤੇ ਕੌਣ ਧਰਮ ਦੀ ਵਿਵਸਥਾ ਦੱਸੇ, ਮੈਂ ਨਾ ਇਹਨਾਂ ਨੂੰ ਸਮਝਾਵਾਂ ਤਾਂ ਇਹ ਤਾਂ ਸਾਰੇ ਡੁੱਬ ਮਰਨ। ਮਹਾਰਾਜ ਕਹਿੰਦੇ ਕਾਜੀ ਆਪ ਹੀ ਅੰਦਰੋਂ ਡੁੱਬ ਮਰਨ ਵਾਲੀ ਹਾਲਤ ਹੋਈ ਪਈ ਹੈ, ਦੂਜਿਆਂ ਦਾ ਕੀ ਤੂੰ ਫਿਕਰ ਕਰਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਇਹ ਕਰਤਾ ਪੁਰਖ ਵਾਹਿਗੁਰੂ ਨੂੰ ਮੰਨੇ ਕਿ ਉਪਦੇਸ਼ ਕਰਤਾ ਤਾਂ ਆਪ ਹੀ ਹੈ ਵਾਹਿਗੁਰੂ ਪਰਮੇਸ਼ਰ। ਜਿਵੇਂ ਸਤਿਗੁਰਾਂ ਜੀ ਨੇ ਸਾਨੂੰ ਵੀ ਆਗਿਆ ਕੀਤੀ ਹੈ ਨਾ ਕਿ ਭਾਈ ਉਪਦੇਸ਼ ਦੇਣ ਵਾਲਾ ਕੋਈ ਮਨੁੱਖ ਕਿਵੇਂ ਹੋ ਸਕਦਾ, ਜਿਵੇਂ ਸਾਨੂੰ ਵੀ ਭੁਲੇਖਾ ਪੈ ਜਾਂਦਾ, ਜਿਵੇਂ ਅਸੀਂ ਸਮਝਾ ਰਹੇ ਹਾਂ ਸਭ ਨੂੰ, ਸਮਝਾਉਂਦੇ ਤਾਂ ਭਾਈ ਸਤਿਗੁਰੂ ਜੀ ਹੈ। ਮਹਾਰਾਜ ਆਪਣੀ ਬਾਣੀ ਦੀ ਸਿੱਖਿਆ ਦਿੰਦੇ ਆ ਸੱਚੇ ਪਾਤਸ਼ਾਹ। ਐਡੀਆਂ ਬੜਮੁੱਲੀਆਂ ਵਿਚਾਰਾਂ ਕੌਣ ਕਿਸੇ ਬੰਦੇ ਦੇ ਦਿਲ ਤੋਂ ਥੋੜੀਆਂ ਉਪਜ ਸਕਦੀਆਂ, ਇਹ ਤਾਂ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੇ ਹਿਰਦੇ ਤੋਂ ਉਪਜੀਆਂ ਹਨ, ਜਿਨ੍ਹਾਂ ਨੇ ਲੁਕਾਈ ਨੂੰ ਸੰਸਾਰ ਨੂੰ ਸੱਚ ਦਾ ਮਾਰਗ ਹਜੂਰ ਨੇ ਦਿਖਾਇਆ ਹੈ। ਮਹਾਰਾਜ ਕਹਿੰਦੇ ਭਾਈ ਕਰਤਾ ਪੁਰਖ ਵਾਹਿਗੁਰੂ ਨੂੰ ਅੱਲਾ ਨੂੰ ਮੰਨਣਾ ਕਰੇ ਕਿ ਸਾਰੇ ਕਾਰਜਾਂ ਦੇ ਕਰਨ ਵਾਲਾ ਖੁਦਾ ਹੈ, ਤੇ ਆਪਣਾ ਆਪਾ ਜਿਹੜਾ ਨਾ ਅੰਦਰੋਂ ਗਵਾਉਣਾ ਕਰੇ, ਹੰਕਾਰ ਗਵਾਉਣਾ ਕਰੇ ਕਿ ਮੈਂ ਨਹੀਂ ਕੁਝ ਵੀ ਕਰਨ ਵਾਲਾ ਹਾਂ। ਤੋ ਨਾਨਕ ਸਰਬ ਜੀਆ ਮਹਿਰਮਤ ਹੋਏ। ਤਾਂ ਮਹਾਰਾਜ ਕਹਿੰਦੇ ਭਾਈ ਫਿਰ ਸਾਰੇ ਜੀਆਂ ਦੇ ਅੰਦਰ ਜਿਹੜੀ ਹੈ ਨਾ ਉਹ ਆਪਣੇ ਅੰਦਰ ਰਹਿਮਤ ਕਰਨਾ ਕਰੇ। ਮਨ ਦੇ ਅੰਦਰ ਮਹਾਰਾਜ ਕਹਿੰਦੇ ਫਿਰ ਸਾਰੇ ਜੀਆਂ ਦੇ ਉੱਤੇ ਭਾਈ ਦਇਆ ਆਏਗੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਰਹਿਮਤ ਜਿਹੜੀ ਆ ਉਹ ਸਭ ਦੀਆਂ ਦੇ ਉੱਤੇ ਜਿਹੜੀ ਆ ਉਹ ਕਰਨਾ ਕਰੇ। ਇਸੇ ਪ੍ਰਕਾਰ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ। ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਜੀਆਂ ਦੇ ਉੱਤੇ ਜਿਹੜੀ ਆ ਰਹਿਮਤ ਦਇਆ ਉਹ ਮਹਾਰਾਜ ਕਹਿੰਦੇ ਭਾਈ ਕਰਨਾ ਕਰੇ। ਤਾਂ ਮੁਸਲਮਾਨ ਕਹਾਵੇ। ਤਾਂ ਮਹਾਰਾਜ ਕਹਿੰਦੇ ਭਾਈ ਕਾਜੀ ਸਾਹਿਬ ਫਿਰ ਮੁਸਲਮਾਨ ਕਹਾ ਸਕਦਾ ਹੈ।
ਵੇਖ ਇਹੋ ਜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਤੇਰੇ ਕੋਲ ਹਨ। ਤੋ ਆ ਕੌਣ ਭਾਈ ਰਗੜਦਾ ਬਾਹਰ? ਥੋੜੀ ਥੋੜੀ ਆਵਾਜ਼ ਵੀ ਬਹੁਤਾ ਸ਼ੋਰ ਪੈਦਾ ਕਰਦੀ ਹੈ ਕਥਾ ਦੇ ਸਮੇਂ। ਸੋ ਬੇਨਤੀ ਹੈ ਕਿ ਆਪ ਨਾ ਕੋਈ ਚੀਜ਼ ਰਗੜੋ ਬਾਹਰ। ਤੋ ਫਿਰ ਪੜ੍ਹ ਦਿਓ ਪੰਕਤੀ। ਤੋ ਨਾਨਕ ਸਰਬ ਜੀਆ ਮਹਿ ਰਮਤ ਹੋਏ। ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਜੀਆਂ ਦੇ ਉੱਤੇ ਰਹਿਮਤ ਜਿਹੜੀ ਆ ਉਹ ਕਰਨਾ ਕਰੇ, ਮਿਹਰਬਾਨਗੀ ਕਰਨਾ ਕਰੇ, ਦਇਆ ਕਰਨਾ ਕਰੇ। ਤਾ ਮੁਸਲਮਾਨ ਕਹਾਵੇ। ਤਾਂ ਮਹਾਰਾਜ ਕਹਿੰਦੇ ਕਾਜੀ ਮੁਸਲਮਾਨ ਕਹਾਇਆ ਜਾ ਸਕਦਾ ਹੈ। ਇੰਨੇ ਗੁਣ ਸਤਿਗੁਰਾਂ ਜੀ ਨੇ ਦੱਸੇ ਹੈ ਕਿ ਮੁਸਲਮਾਨ ਭਾਈ ਸੱਚਾ ਉਹ ਬਣ ਸਕਦਾ ਹੈ। ਨਹੀਂ ਤਾਂ ਕਹਾਉਣ ਨੂੰ ਤਾਂ ਸਾਧ ਸੰਗਤ ਜੀ ਫਿਰ ਕਾਜੀ ਵੀ ਤਾਂ ਮੁਸਲਮਾਨ ਹੀ ਕਹਾਉਂਦਾ ਸੀ ਨਾ। ਮਹਾਰਾਜ ਕਹਿੰਦੇ ਬੜਾ ਕਠਨ ਮੈਂ ਸੱਚਾ ਮੁਸਲਮਾਨ ਬਣਨਾ। ਕਾਜੀ ਤੂੰ ਆਪਣੇ ਆਪ ਚ ਮੁਸਲਮਾਨ ਬਣਿਆ ਫਿਰਦਾ, ਤੂੰ ਮੁਸਲਮਾਨ ਨਹੀਂ ਹੈ, ਤੂੰ ਕਾਫਰ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਸਕਦੇ ਆ। ਕਾਜੀ ਨੂੰ ਇੰਨੀ ਗੱਲ ਕਹਿਣੀ ਸਜਾਏ ਮੌਤ ਹੁੰਦੀ ਸੀ ਉਸ ਸਮੇਂ ਦੇ ਅੰਦਰ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦਾ ਅੰਦਰਲਾ ਜੋ ਵੀ ਸਾਧ ਸੰਗਤ ਜੀ ਹਾਲ ਹੈ ਨਾ ਉਹ ਮਹਾਰਾਜ ਪ੍ਰਗਟ ਕਰਕੇ ਕਾਜੀ ਨੂੰ ਦਿਖਾਤਾ ਕਿ ਕਾਜੀ ਵੇਖ ਮੁਸਲਮਾਨ ਬਣਨਾ ਕਿੰਨਾ ਕਠਨ ਹੈ। ਇਹ ਸਾਰੇ ਗੁਣ ਹੋਣ ਤਾਂ ਮਹਾਰਾਜ ਕਹਿੰਦੇ ਭਾਈ ਮੁਸਲਮਾਨ ਕਹਾ ਸਕਦਾ ਏ। ਮਹੱਲਾ ਚੌਥਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੱਚੇ ਮੁਸਲਮਾਨ ਦਾ ਉਪਦੇਸ਼ ਮਹਾਰਾਜ ਦੱਸਿਆ। ਤੇ ਸਾਧ ਸੰਗਤ ਜੀ ਅੱਗੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਸੱਚਾ ਇਨਸਾਨ ਮਹਾਰਾਜ ਕਿਵੇਂ ਹੋ ਸਕਦਾ ਹੈ ਜਿਹੜਾ ਨਿਰੰਕਾਰ ਦੀ ਦਰਗਾਹ ਦੇ ਅੰਦਰ ਵਾਹਿਗੁਰੂ ਦੇ ਦਰ ਤੇ ਕਬੂਲ ਪਵੇ, ਜਾਂ ਕਿ ਮਹਾਰਾਜ ਸੱਚੇ ਹਿੰਦੂ ਦੇ ਵੀ ਆਪ ਲੱਖਣ ਕਿਰਪਾ ਕਰਕੇ ਦੱਸੋ। ਤੇ ਹਜੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ। ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਤਾਂ ਪਰਹਰਨਾ ਕਰੇ ਭਾਵ ਛੱਡਣਾ ਕਰੇ, ਦੂਰ ਕਰਨਾ ਕਰੇ ਕਾਮ ਨੂੰ, ਤੇ ਫਿਰ ਕ੍ਰੋਧ ਨੂੰ, ਤੇ ਫਿਰ ਫੜ ਦਿਓ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ। ਫਿਰ ਝੂਠ ਬੋਲਣ ਦਾ ਜਿਹੜਾ ਸੁਭਾਅ ਹੈ, ਜੋ ਨਿੰਦਾ ਕਰਨੀ ਹੈ, ਇਹ ਔਗਣ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਛੱਡਣਾ ਕਰੇ। ਜਿਹੜਾ ਸਾਧ ਸੰਗਤ ਜੀ ਜਿਹੜਾ ਹੈ ਚੋਰ ਜਾਰ ਜੂਆਰ ਤੇ ਬੁਰਾ ਜਿਹੜਾ ਨਿੰਦਕ ਹੁੰਦਾ ਹੈ ਨਾ, ਇਹ ਔਗਣ ਤਾਂ ਮਾੜੇ ਹੈ ਸਾਰੇ, ਪਰ ਜਿਹੜਾ ਨਿੰਦਾ ਕਰਨਾ ਇਹ ਸਭ ਤੋਂ ਹੀ ਵੱਡਾ ਔਗਣ ਹੈ। ਚੋਰੀ ਤੋਂ ਵੱਡਾ, ਜੂਏ ਤੋਂ ਵੱਡਾ, ਤੇ ਜਿਹੜਾ ਸਾਧ ਸੰਗਤ ਜੀ ਵਿਭਚਾਰੀ ਹੈ ਉਹਦੇ ਤੋਂ ਵੀ ਵੱਡਾ ਇਹ ਐਸਾ ਨਿੰਦਾ ਦਾ ਔਗਣ ਹੈ। ਮਹਾਰਾਜ ਕਹਿੰਦੇ ਭਾਈ ਕਾਮ ਜਿਹੜਾ ਸੁਭਾਅ ਹੈ ਨਾ ਵਾਸ਼ਨਾ ਵਾਲਾ, ਉਹਦਾ ਤਿਆਗ ਕਰੇ। ਫਿਰ ਜਿਹੜਾ ਕ੍ਰੋਧੀ ਸੁਭਾਅ ਹੈ, ਕਿਉਂਕਿ ਜਿਹੜਾ ਕ੍ਰੋਧੀ ਹੁੰਦਾ ਹੈ ਉਹਦੇ ਕੋਲ ਧਰਮ ਰਹਿੰਦਾ ਹੀ ਨਹੀਂ, ਉਹ ਧਰਮੀ ਹੋ ਹੀ ਨਹੀਂ ਸਕਦਾ ਜਿਹੜਾ ਕ੍ਰੋਧੀ ਹੋਵੇ। ਧਰਮ ਕ੍ਰੋਧ ਕਰ ਹੋਤ ਵਿਭੰਗਾ, ਕ੍ਰੋਧ ਦੇ ਕਰਨ ਨਾਲ ਧਰਮ ਉਸੇ ਵੇਲੇ ਹੀ ਨਾਸ਼ ਹੋ ਜਾਂਦਾ ਹੈ। ਧਰਮ ਉਸ ਦੇ ਕੋਲੋਂ ਖੰਭ ਲਾ ਕੇ ਉੱਡ ਜਾਂਦਾ ਜਿਹੜਾ ਮਨੁੱਖ ਕ੍ਰੋਧੀ ਹੋਵੇ। ਤੇ ਵਾਸ਼ਨਾ ਵਾਲੇ ਹਿਰਦੇ ਦੇ ਅੰਦਰ ਕਿਵੇਂ ਧਰਮ ਵਸ ਸਕਦਾ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਆ ਕਿ ਪਰ ਹਰੇ ਇਹਨਾਂ ਦਾ ਜਿਹੜਾ ਹੈ ਅਵਸ਼ਵਰ ਅਵਸ਼ ਤਿਆਗ ਕਰਨਾ ਕਰੇ, ਇਹਨਾਂ ਨੂੰ ਦੂਰ ਸਿੱਟਣਾ ਕਰੇ, ਆਪਣੇ ਤੋਂ ਦੂਰ ਕਰੇ। ਫਿਰ ਝੂਠ ਨਾ ਬੋਲੇ। ਜਿਹੜਾ ਝੂਠ ਬੋਲਣਾ ਹੈ ਨਾ, ਇਹ ਸਾਧ ਸੰਗਤ ਜੀ ਬਾਰ-ਬਾਰ ਮਨ ਨੂੰ ਜਿਹੜਾ ਹੈ ਉਹ ਡਿੱਗਣਾ ਪੈਂਦਾ ਇਖਲਾਕ ਤੋਂ। ਮਨ ਮਰਦਾ ਰਹਿੰਦਾ ਹੈ ਬਾਰ-ਬਾਰ ਫਿਰ ਵਾਹਿਗੁਰੂ ਦੇ ਹੋਂਦ ਵੱਲੋਂ, ਕਿਉਂਕਿ ਉਹ ਪਰਮੇਸ਼ਰ ਨੂੰ ਜਿਹੜਾ ਹੈ ਹਾਜ਼ਰ ਨਹੀਂ ਨਾ ਕਦੇ ਵੀ ਜਾਣ ਸਕਦਾ ਜਿਹੜਾ ਝੂਠ ਬੋਲਦਾ ਹੈ। ਤੇ ਮਹਾਰਾਜ ਕਹਿੰਦੇ ਵੱਡਾ ਔਗਣ ਹੈ ਭਾਈ। ਤੇ ਨਿੰਦਾ ਕਰਨੀ, ਸਾਰੇ ਹੀ ਜਿਹੜੇ ਹੈ ਪੁੰਨ ਨਾਸ਼ ਹੋ ਜਾਂਦੇ ਆ ਨਿੰਦਾ ਕਰਨ ਦੇ ਨਾਲ, ਤੇ ਪਾਪ ਜਿਹੜੇ ਉਹ ਸਿਰ ਤੇ ਚੜ ਜਾਂਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕਾਮ ਦਾ ਫੁਰਨਾ ਛੱਡੇ, ਕ੍ਰੋਧ ਛੱਡੇ, ਝੂਠ ਬੋਲਣਾ ਛੱਡੇ। ਤੇ ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨਿੰਦਾ ਕਰਨੀ ਵੀ ਭਾਈ ਛੱਡਣਾ ਕਰੇ। ਤਜ ਮਾਇਆ ਅਹੰਕਾਰ ਚੁਕਾਵੇ। ਤੇ ਮਹਾਰਾਜ ਕਹਿੰਦੇ ਭਾਈ ਤਜ ਕਰਕੇ ਮਾਇਆ ਨੂੰ ਤੇ ਹੰਕਾਰ ਵੀ ਚੁਕਾ ਦੇਵੇ ਅੰਦਰੋਂ। ਮਾਇਆ ਦਾ ਹੰਕਾਰ ਨਾ ਕਰੇ, ਮਾਇਆ ਦੀ ਟੇਕ ਮਹਾਰਾਜ ਕਹਿੰਦੇ ਭਾਈ ਛੱਡ ਦੇਵੇ। ਜਿਹੜੀ ਤੇ ਆਪਣਾ ਟੇਕ ਰੱਖੀ ਆ, ਆਸਰਾ ਰੱਖਿਆ ਕਿ ਇਹ ਮੇਰਾ ਆਸਰਾ ਹੈ,
ਮਹਾਰਾਜ ਕਹਿੰਦੇ ਉਹ ਭਾਈ ਟੇਕ ਮਾਇਆ ਦੀ ਛੱਡ ਦੇਵੇ। ਤਜ ਕਾਮ ਕਾਮਨੀ ਮੋਹ ਤਜੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਭਾਈ ਕਾਮ ਦਾ ਜਿਹੜਾ ਸੁਭਾਅ ਹੈ ਉਹ ਛੱਡੇ। ਤਜ ਕਾਮ ਕਾਮਨੀ ਮੋਹ ਤਜੈ। ਕਾਮਨੀ ਇਸਤਰੀ ਵੀ ਜਿਹੜੀ ਹੈ ਨਾ, ਇਸਤਰੀ ਦਾ ਮੋਹ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਭਾਈ ਜਿਹੜਾ ਦਾਰਾ ਸੁਖ ਭਇਓ ਦੀਨ ਪਗਹੁ ਪਰੀ ਬੇਰੀ, ਇਹ ਇਸਤਰੀ ਦੇ ਜਿਹੜੇ ਹੈ ਸਾਧ ਸੰਗਤ ਜੀ ਵਿਸ਼ੇ ਸੁੱਖਾਂ ਦੇ ਅੰਦਰ ਹੀ ਜਿਹੜਾ ਇੰਨਾ ਗਲਤਾਨ ਹੋਇਆ ਰਹੇ ਤੇ ਫਿਰ ਭਜਨ ਉਸਨੇ ਕੀ ਕਰਨਾ ਹੈ। ਜਿਹੜਾ ਹੈ ਵਾਸ਼ਨਾ ਦੇ ਭੋਗਣ ਵਿੱਚ ਹੀ ਚਿੱਤ ਲੱਗਾ ਰਹੇ ਉਹ ਭਜਨ ਨਹੀਂ ਕਰ ਸਕਦਾ, ਭਜਨ ਦਾ ਅਧਿਕਾਰੀ ਨਹੀਂ ਰਹਿੰਦਾ ਹੈ। ਤੋ ਮਹਾਰਾਜ ਕਹਿੰਦੇ ਨੇ ਤਜ ਕਾਮ ਕਾਮਨੀ ਮੋਹ ਤਜੈ। ਆਪਣੀ ਕਾਮਣੀ ਇਸਤਰੀ ਦਾ ਮਹਾਰਾਜ ਕਹਿੰਦੇ ਭਾਈ ਮੋਹ ਜਿਹੜਾ ਹੈ ਉਹ ਛੱਡ ਦੇਣਾ ਕਰੇ। ਪਰ ਇਸਤਰੀ ਨੂੰ ਮਹਾਰਾਜ ਕਹਿੰਦੇ ਕਦਾ ਵੀ ਭਾਈ ਵੇਖੇ ਨਾ, ਤੱਕੇ ਨਾ, ਇਹ ਛੱਡਣਾ ਕਰੇ। ਮਹਾਰਾਜ ਕਹਿੰਦੇ ਭਾਈ ਫੁਰਨੇ ਸਰੀਰ ਕਰਕੇ ਤਾ ਅੰਜਨ ਮਾਹ ਨਿਰੰਜਨ ਪਾਵੈ। ਤਾਂ ਅੰਜਨ ਮਾਇਆ ਦੇ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਨਿਰਅੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਨਾ ਪਰਮੇਸ਼ਰ, ਉਸ ਨੂੰ ਪਾ ਲਵੇਗਾ। ਜਦੋਂ ਸਰੀਰ ਕਰਕੇ ਪਹਿਲਾਂ ਔਗਣ ਛੱਡੀਏ ਨਾ, ਫਿਰ ਹੌਲੀ ਹੌਲੀ ਮਨ ਔਗਣਾਂ ਨੂੰ ਛੱਡਣ ਲੱਗ ਪੈਂਦਾ ਹੈ। ਕਿਉਂਕਿ ਜਿਹੜਾ ਹੈ ਸਰੀਰ ਇਹ ਸਾਧ ਸੰਗਤ ਜੀ ਜਿਹੜਾ ਹੈ ਇਹਦੇ ਅੰਦਰ ਬੈਠਾ ਮਨ ਹੀ ਰਸਾਂ ਨੂੰ ਭੋਗ ਰਿਹਾ ਹੈ। ਜਦੋਂ ਸਰੀਰ ਕਰਕੇ ਮਨ ਨੂੰ ਰਸ ਨਾ ਦਈਏ, ਇਹਨੂੰ ਨਾਮ ਦੇ ਰਸ ਵੱਲ ਲਾਈਏ, ਹੌਲੀ ਹੌਲੀ ਫਿਰ ਆਪੇ ਹੀ ਮਨ ਜਿਹੜਾ ਨਾ ਉਹ ਮੰਨਣ ਲੱਗ ਪੈਂਦਾ ਹੈ। ਪਰ ਜੇ ਸਰੀਰ ਕਰਕੇ ਰਸਾਂ ਨੂੰ ਚਖੀ ਜਾਈਏ ਮਨ ਦਾ ਸੁਭਾਅ ਉਹੋ ਜਿਹਾ ਹੀ ਫਿਰ ਬਣਿਆ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤਜ ਦੇਵੇ ਛੱਡ ਦੇਵੇ ਕਾਮ ਦੇ ਫੁਰਨੇ ਨੂੰ, ਇਸਤਰੀ ਦੇ ਮੋਹ ਨੂੰ। ਤਾਂ ਮਹਾਰਾਜ ਕਹਿੰਦੇ ਭਾਈ ਫਿਰ ਮਾਇਆ ਵਿੱਚ ਰਹਿੰਦਾ ਹੋਇਆ ਹੀ, ਇਹ ਜਿਹੜੀ ਅੰਜਨ ਮਾਇਆ ਨਾ, ਇਹਦੇ ਵਿੱਚ ਰਹਿੰਦਾ ਹੋਇਆ ਹੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਨੂੰ ਨਿਰੰਕਾਰ ਨੂੰ ਪਾ ਲਵੇਗਾ, ਮਾਇਆ ਤੋਂ ਨਿਰਲੇਪ ਹੋ ਜਾਵੇਗਾ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ। ਫਿਰ ਸਤਿਗੁਰੂ ਜੀ ਨੇ ਕਿਹਾ ਮਹਾਰਾਜ ਕਹਿੰਦੇ ਤਜ ਮਾਨ, ਆਪਣਾ ਜਿਹੜਾ ਮਾਣ ਹੈ ਨਾ ਉਹ ਛੱਡੇ ਕਿ ਲੋਕ ਮੇਰਾ ਸਤਿਕਾਰ ਕਰਨ। ਤੇ ਅੰਦਰੋਂ ਜਿਹੜਾ ਅਭਿਮਾਨ ਹੁੰਦਾ ਆਪਣੇ ਗੁਣਾਂ ਦਾ ਜਿਹੜਾ ਹੈ ਸਾਧ ਸੰਗਤ ਜੀ ਮਾਣ ਫੁਰਨਾ ਕਿ ਮੈਂ ਬੜਾ ਗੁਣੀ ਹਾਂ, ਮੈਂ ਬੜਾ ਵਿਦਵਾਨ ਹਾਂ। ਸਤਿਗੁਰੂ ਕਹਿੰਦੇ ਭਾਈ ਮਾਨ ਬਾਹਰੋਂ ਸਤਿਕਾਰ ਦੀ ਇੱਛਾ ਵੀ ਛੱਡੇ, ਆਪਣੇ ਅੰਦਰ ਗੁਣਾਂ ਦਾ ਹੰਕਾਰ ਛੱਡੇ। ਤੇ ਪ੍ਰੀਤ ਸੁਤ ਦਾਰਾ, ਆਪਣੀ ਇਸਤਰੀ ਦੀ ਪ੍ਰੀਤ ਤੇ ਪੁੱਤਰ ਦੀ ਪ੍ਰੀਤ ਮਹਾਰਾਜ ਕਹਿੰਦੇ ਭਾਈ ਛੱਡਣਾ ਕਰੇ। ਇਹ ਨਹੀਂ ਕਿ ਬਾਰ-ਬਾਰ ਜੋ ਵੀ ਮਿਲਿਆ, ਭਾਵੇਂ ਕੋਈ ਧਰਮ ਅਰਥ ਹੋਵੇ ਭਾਵੇਂ ਕੋਈ ਨਾ ਹੋਵੇ, ਤਾਂ ਵੀ ਘਰ ਨੂੰ ਹੀ ਪੁੱਤਰਾਂ ਦੀ ਪ੍ਰੀਤ ਕਰਕੇ, ਇਸਤਰੀ ਦੀ ਪ੍ਰੀਤ ਕਰਕੇ, ਜੋ ਵੀ ਆਪਣੇ ਘਰ ਨੂੰ ਹੀ ਲਿਆ ਕਰਕੇ ਲੁਟਾਈ ਜਾਣਾ। ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਪ੍ਰੀਤ ਸੁਤ ਦਾਰਾ, ਆਪਣੀ ਸੁੱਤ ਦੀ ਤੇ ਦਾਰਾ ਇਸਤਰੀ ਦੀ ਜਿਹੜੀ ਪ੍ਰੀਤ ਹੈ ਮਹਾਰਾਜ ਕਹਿੰਦੇ ਇਹਨੂੰ ਛੱਡ ਕੇ ਪ੍ਰੀਤ ਵਾਹਿਗੁਰੂ ਵਿੱਚ ਲਾਉਣਾ ਕਰੇ। ਤਜ ਪਿਆਸ ਆਸ RAM ਲਿਵ ਲਾਵੈ। ਤਜ ਦੇਵੇ ਛੱਡ ਦੇਵੇ ਪਿਆਸ, ਕਿਹੜੀ ਆਸਾ ਦੀ, ਪਦਾਰਥਾਂ ਦੀ ਆਸਾ ਦੀ ਪਿਆਸ ਲੱਗੀ ਰਹਿਣੀ ਕਿ ਆਹ ਮਿਲੇਗਾ, ਇਉਂ ਕਰਾਂਗੇ, ਇਉਂ ਮਹਾਰਾਜ ਕਹਿੰਦੇ ਭਾਈ ਤ੍ਰੇਹ ਨਾਲ ਹੀ ਮਰਿਆ ਰਹਿੰਦਾ ਹੈ। ਤਜ ਪਿਆਸ ਆਸ RAM ਲਿਵ ਲਾਵੈ, ਵਾਹਿਗੁਰੂ ਵਿੱਚ ਆਪਣੀ ਲਿਵ ਨੂੰ ਲਾਉਣਾ ਕਰੇ, ਪਰਮੇਸ਼ਰ ਵਿੱਚ ਆਪਣੀ ਸੁਰਤ ਨੂੰ ਮਹਾਰਾਜ ਕਹਿੰਦੇ ਭਾਈ ਜੋੜਨਾ ਕਰੇ। ਨਾਨਕ ਸਾਚਾ ਮਨ ਵਸੈ। ਹਜੂਰ ਕਹਿੰਦੇ ਤਾਂ ਭਾਈ ਫਿਰ ਸੱਚਾ ਆ ਕੇ ਮਨ ਵਿੱਚ ਵਸ ਸਕਦਾ ਹੈ। ਬੜੇ ਕਈ ਸਾਧ ਸੰਗਤ ਜੀ ਮਹਾਰਾਜ ਜੀ ਦੀ ਸਿੱਖਿਆ ਨਾ ਸੁਣਨੇ ਕਰਕੇ, ਨਾ ਸਮਝਣੇ ਕਰਕੇ, ਬਾਣੀ ਦਾ ਬੋਧ ਨਾ ਹੋਣੇ ਕਰਕੇ ਮਨ ਵਿੱਚ ਕਰਦੇ ਆ ਕਿ ਮੇਰੇ ਵਿੱਚ ਮਨ ਵਿੱਚ ਨਾਮ ਵਸਣਾ ਚਾਹੀਦਾ ਹੈ। ਕਈ ਵਾਰੀ ਗਧੇ ਬਰਾਗ ਨਾਲ ਬਹੁਤ ਇੱਛਾ ਕਰਦੇ ਆ ਮੇਰੇ ਮਨ ਵਿੱਚ ਨਾਮ ਕਿਉਂ ਨਹੀਂ ਵਸਦਾ। ਸਤਿਗੁਰੂ ਜੀ ਕਹਿੰਦੇ ਭਾਈ ਆਹ ਕਾਰਨ ਹੈ ਸਾਰੇ ਉੱਤੇ ਦੱਸੇ ਹੋਏ ਜਿਸ ਕਰਕੇ ਮਨ ਵਿੱਚ ਨਾਮ ਨਹੀਂ ਵਸ ਰਿਹਾ। ਕਿਉਂਕਿ ਮਨ ਦੇ ਅੰਦਰ ਤਾਂ ਪੁੱਤਰ ਦੀ ਪ੍ਰੀਤ ਹੈ, ਇਸਤਰੀ ਦੀ ਪ੍ਰੀਤ ਹੈ, ਕਾਮ ਦਾ ਫੁਰਨਾ ਹੈ, ਕ੍ਰੋਧ ਦਾ ਫੁਰਨਾ ਹੈ, ਝੂਠ ਬੋਲਣ ਦਾ ਸੁਭਾਅ ਹੈ, ਨਿੰਦਾ ਕਰਨ ਮਹਾਰਾਜ ਕਹਿੰਦੇ ਭਾਈ ਕਰਨ ਨੂੰ ਮਨ ਕਾਲਾ ਪੈਂਦਾ ਰਹਿੰਦਾ ਹੈ। ਇਹ ਸਾਰੀਆਂ ਚੀਜ਼ਾਂ ਤਾਂ ਮਹਾਰਾਜ ਕਹਿੰਦੇ ਭਾਈ ਅੰਦਰ ਵਸੀਆਂ ਪਈਆਂ ਹਨ ਤੇ ਫਿਰ ਸੱਚੇ ਨਾਮ ਦਾ ਵਾਸ ਕਿਵੇਂ ਹੋ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਸੱਚਾ ਉੱਥੇ ਆਣ ਕਰਕੇ ਵਸਦਾ ਹੈ
ਜਿੱਥੇ ਮਹਾਰਾਜ ਕਹਿੰਦੇ ਭਾਈ ਇਹਨਾਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਏ, ਸਾਚ ਸ਼ਬਦ ਹਰਿ ਨਾਮ ਸਮਾਵੈ। ਸੱਚੇ ਸ਼ਬਦ ਦੀ ਕਮਾਈ ਨਾਲ ਮਹਾਰਾਜ ਕਹਿੰਦੇ ਭਾਈ ਹਰੀ ਨਾਮ ਹਿਰਦੇ ਵਿੱਚ ਸਮਾ ਜਾਂਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੱਚੇ ਦਾ ਨਿਵਾਸ ਹਿਰਦੇ ਅੰਦਰ ਹੋ ਜਾਂਦਾ ਹੈ। ਸੱਚੇ ਸ਼ਬਦ ਦੀ ਕਮਾਈ ਨਾਲ ਮਹਾਰਾਜ ਕਹਿੰਦੇ ਵਾਹਿਗੁਰੂ ਵਿੱਚ ਸਮਾ ਜਾਈਦਾ ਏ। ਪੌੜੀ ਦੁਆਰਾ ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਰਾਜੇ ਰਈਅਤ ਸਿਕਦਾਰ। ਹਜੂਰ ਕਹਿੰਦੇ ਭਾਈ ਜਿਹੜੇ ਰਾਜੇ ਹਨ, ਰਜਵਾੜਿਆਂ ਦੇ ਮਾਲਕ, ਰਈਅਤ ਜੋ ਪ੍ਰਜਾ ਹੈ, ਸਿਕਦਾਰ ਜੋ ਥਾਣੇਦਾਰ ਹਨ, ਕੋਈ ਨਾ ਰਹਿਸਿਓ, ਕੋਈ ਵੀ ਨਹੀਂ ਰਹੇਗਾ। ਇਹ ਵੇਖਣ ਨੂੰ ਲੱਗਦਾ ਹੈ ਕਿ ਰਾਜਿਆਂ ਦੀ ਬੜੀ ਸ਼ੋਭਾ ਹੈ, ਜਿਹੜੀ ਰਈਅਤ ਬੜੀ ਹੈ, ਪ੍ਰਜਾ। ਮਹਾਰਾਜ ਕਹਿੰਦੇ ਭਾਈ ਇਹ ਭਰਿਆ ਜਿਹੜਾ ਪ੍ਰਜਾ ਨਾਲ ਸਾਰਾ ਸੰਸਾਰ ਜਾਂ ਦੇਸ਼ ਲੱਗ ਰਿਹਾ ਨਾ, ਦਰਿਆ ਭਰਿਆ ਹੀ ਲੱਗਦਾ ਹੁੰਦਾ, ਪਰ ਉਹਦਾ ਪਾਣੀ ਆ ਵੀ ਰਿਹਾ ਤੇ ਜਾ ਵੀ ਰਿਹਾ। ਇਹ ਸੰਸਾਰ ਭੁਲੇਖੇ ਨਾਲ ਹੀ ਭਰਿਆ ਲੱਗਦਾ। ਜੀ ਮਹਾਰਾਜ ਕਹਿੰਦੇ ਜਨਮ ਲੈ ਕੇ ਆ ਵੀ ਰਹੇ ਆ ਤੇ ਮਰ ਕੇ ਜਾ ਵੀ ਰਹੇ ਆ। ਹਜੂਰ ਕਹਿੰਦੇ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਕੋਈ ਵੀ ਮਹਾਰਾਜ ਕਹਿੰਦੇ ਭਾਈ ਨਹੀਂ ਰਹੇਗਾ। ਹਟ ਪਟਣ ਬਾਜ਼ਾਰ। ਹਜੂਰ ਕਹਿੰਦੇ ਜਿਹੜੀਆਂ ਹੱਟੀਆਂ ਦੁਕਾਨਾਂ ਹਨ, ਪੱਟਣ ਸ਼ਹਿਰ ਹਨ, ਜਿਹੜੇ ਬੜੇ ਬਾਜ਼ਾਰ ਹਨ, ਹੁਕਮੀ ਡਹਿਸਿਓ, ਹੁਕਮੀ ਢਹਿਸਿਓ ਢੱਡਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਹੁਕਮ ਵਿੱਚ ਭਾਈ ਸਭ ਕੁਝ ਹੀ ਢਹਿ ਜਾਵੇਗਾ। ਇਸੇ ਪ੍ਰਕਾਰ ਹੀ ਰਾਜੇ ਰਈਅਤ ਸਿਕਦਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਜਿਹੜਾ ਮੋਹ ਰੂਪੀ ਰਾਜਾ ਹੈ ਨਾ, ਇਹ ਜਗਿਆਸੂ ਪੱਖ ਤੋਂ ਅਰਥ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਜਗਿਆਸਾ ਨਾਲ ਪ੍ਰਭੂ ਦੀ ਬੰਦਗੀ ਕਰਦਾ ਹੈ ਨਾ, ਇੱਕ ਦਿਨ ਐਸਾ ਆਉਂਦਾ ਹੈ ਕਿ ਮੋਹ ਰੂਪੀ ਰਾਜਾ ਅਤੇ ਸਾਧ ਸੰਗਤ ਜੀ ਵਿਕਾਰਾਂ ਰੂਪੀ ਜਿਹੜੀ ਉਹਦੀ ਰਈਅਤ ਪ੍ਰਜਾ ਹੈ, ਕਾਮ ਕ੍ਰੋਧ ਹੰਕਾਰ ਆਦਿਕ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪ੍ਰਕਾਰ ਜਿਹੜਾ ਸਿਕਦਾਰ ਹੈ ਉਹ ਥਾਣੇਦਾਰ ਕਿਹਨੂੰ ਮੰਨਦੇ? ਹੰਕਾਰ ਨੂੰ ਮੰਨਦੇ ਆ ਕਿ ਉਹ, ਕਿਉਂਕਿ ਥਾਣੇਦਾਰ ਤਕਰੀਬਨ ਜਿਹੜਾ ਹੰਕਾਰੀ ਹੁੰਦੇ ਆ। ਇਸ ਪ੍ਰਕਾਰ ਉਹਦਾ ਵਾਚਕ ਇੱਥੇ ਲਿਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮੋਹ ਰੂਪੀ ਰਾਜਾ ਤੇ ਕਾਮ ਕ੍ਰੋਧ ਰੂਪੀ ਰਈਅਤ ਪ੍ਰਜਾ ਤੇ ਹੰਕਾਰ ਰੂਪੀ ਜਿਹੜਾ ਸਿਕਦਾਰ ਥਾਣੇਦਾਰ ਹੈ, ਇਹ ਕੋਈ ਨਹੀਂ ਰਹਿਣਗੇ। ਮਹਾਰਾਜ ਕਹਿੰਦੇ ਭਾਈ ਜੇ ਨਾਮ ਜਪਦਾ ਰਹੇ ਕੋਈ ਨਾ ਰਹਿਸਿਓ, ਕੋਈ ਵੀ ਇਹਨਾਂ ਚੋਂ ਨਹੀਂ ਰਹੇਗਾ। ਅੰਦਰ ਪ੍ਰਭੂ ਦੇ ਨਾਮ ਦੀ ਪ੍ਰਬਲਤਾ ਹੋ ਜਾਵੇਗੀ। ਇੱਕ ਦਿਨ ਐਸਾ ਆਵੇਗਾ। ਹਟ ਪਟਣ ਬਾਜ਼ਾਰ। ਮਹਾਰਾਜ ਕਹਿੰਦੇ ਭਾਈ ਇੰਦਰੀਆਂ ਰੂਪੀ ਜਿਹੜੇ ਹੱਟ ਵੈ ਤੇ ਸਰੀਰ ਰੂਪੀ ਪਟਣ ਜਿਹੜਾ ਸ਼ਹਿਰ ਹੈ, ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਵਕਾਰਾਂ ਰੂਪੀ ਜਿਹੜੇ ਅੰਦਰ ਬਾਜ਼ਾਰ ਲੱਗੇ ਹੋਏ ਆ, ਹੁਕਮੀ ਢਹਿਸਿਓ। ਵਾਹਿਗੁਰੂ ਦੇ ਹੁਕਮ 'ਚ ਹੀ ਮਹਾਰਾਜ ਕਹਿੰਦੇ ਭਾਈ ਸਭ ਕੁਝ ਢਹਿ ਜਾਵੇਗਾ। ਇੰਦਰੀਆਂ ਰਾਹੀਂ ਰੂਪ ਵੇਖਣ ਦਾ ਸੁਭਾਅ ਮੁੱਕ ਜਾਵੇਗਾ। ਜਿਹੜੇ ਪਟਣ ਸ਼ਹਿਰ ਸਰੀਰ ਹੈ, ਇਹਨਾਂ ਦੀ ਮੋਹ ਮਹਾਰਾਜ ਕਹਿੰਦੇ ਮਮਤਾ ਮਿਟ ਜਾਵੇਗੀ। ਤੇ ਜਿਹੜੇ ਵਕਾਰਾਂ ਰੂਪੀ ਅੰਦਰ ਬਾਜ਼ਾਰ ਬੜੇ ਸਜੇ ਪਏ ਆ, ਮਹਾਰਾਜ ਕਹਿੰਦੇ ਹੁਕਮ ਵਿੱਚ ਹੀ ਵਾਹਿਗੁਰੂ ਦੇ ਸਭ ਕੁਝ ਢਹਿ ਜਾਵੇਗਾ। ਪਰਮੇਸ਼ਰ ਦਾ ਸਰੂਪ ਹੀ ਦਿਸ ਆਵੇਗਾ। ਇਹ ਜਗਿਆਸਾ ਪੱਖ ਤੋਂ ਅਰਥ ਹਨ। ਮੁੱਖ ਅਰਥ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੀ ਚਲਾਇਮਾਨਗੀ ਦਿਖਾਈ ਹੈ। ਪੱਕੇ ਬੰਕ ਦੁਆਰ। ਫਿਰ ਮਹਾਰਾਜ ਕਹਿੰਦੇ ਭਾਈ ਪੱਕੇ ਬੰਕ ਦੁਆਰ, ਜਿਹੜੇ ਦੁਆਰੇ ਆ ਨਾ ਬੜੇ ਕਲਬੂਤੀ ਦਰਵਾਜੇ, ਬੰਕ ਸੋਹਣੇ, ਉਹ ਦੁਆਰੇ ਦਰਵਾਜੇ ਮਹਾਰਾਜ ਕਹਿੰਦੇ ਭਾਈ ਬਣਾਉਂਦਾ ਹੈ ਜੀਵ। ਮੂਰਖ ਜਾਣੈ ਆਪਣਾ, ਤੇ ਮੂਰਖ ਜਾਣਦਾ ਹੈ ਕਿ ਇਹ ਮੇਰੇ ਆਪਣੇ ਹੈ। ਉਹ ਕੋਈ ਪੁੱਛੇ ਨਾ ਕਿ ਤੁਹਾਡਾ ਘਰ ਕਿੱਥੇ, ਕੋਠੀ ਕਿੱਥੇ ਹੈ, ਕਹਿੰਦਾ ਉਹ ਦਰਵਾਜ਼ਾ ਵੇਖੀ ਸਾਗਵਾਨ ਦਾ ਲਾਇਆ, ਆਪੇ ਹੀ ਪਤਾ ਲੱਗ ਜਾਣਾ ਤੈਨੂੰ ਕਿ ਉਹ ਸਾਡਾ ਹੀ ਘਰ ਹੈ। ਫਿਰ ਕੋਈ ਦੱਸਦਾ ਆਪਣੀ ਨਿਸ਼ਾਨੀ ਕਿ ਬਹੁਤ ਵੱਡੀ ਉੱਤੇ ਪਾਣੀ ਵਾਲੀ ਟੈਂਕੀ ਲਾਈ ਆ ਆਪਾਂ, ਤੇ ਇਸ ਪ੍ਰਕਾਰ 3 ਮੰਜ਼ਲੀ ਕੋਠੀ ਹੈ, ਬੜੇ ਪੱਕੇ ਦਰਵਾਜੇ ਜਿਹੜੇ ਆ ਲੱਕੜਾਂ ਦੇ ਲਾਏ ਆ। ਮਹਾਰਾਜ ਕਹਿੰਦੇ ਭਾਈ ਜਿਹੜੇ ਬੰਕ ਬੜੇ ਸੋਹਣੇ ਦਰਵਾਜੇ ਲਾਏ ਹਨ, ਮੂਰਖ ਇਹਨਾਂ ਨੂੰ ਹੀ ਆਪਣੇ ਜਾਣਦਾ ਰਹਿੰਦਾ ਹੈ ਭੁਲੇਖੇ ਵਿੱਚ ਕਿ ਇਹ ਮੇਰੇ ਆਪਣੇ ਆ। ਵੱਡੇ ਪੱਕੇ ਮਕਾਨ ਮੈਂ ਕਹਿੰਦੇ ਆ ਉਹ ਨੀਂਹ ਰਖਾਉਣ ਲੱਗਿਆਂ ਵੀ ਕਹਿੰਦੇ ਆ ਕਿ ਬੜੀ ਡੂੰਘੀ ਚੰਗੀ ਪੱਕੀ ਨੀਂਹ ਰੱਖੀ, ਜਿਵੇਂ ਸਾਧ ਸੰਗਤ ਜੀ 200-400 ਸਾਲ ਇੱਥੇ ਹੀ ਰਹਿਣਾ ਹੋਵੇ। ਮਕਾਨ ਤਾਂ ਅਜੇ ਵੀ ਬਣੇ ਹੋਏ ਉਵੇਂ ਹੀ ਪਏ ਆ, ਪਰ ਜਿਨ੍ਹਾਂ ਨੇ ਬਣਵਾਏ ਸੀ ਉਹ ਤੇ ਕਿਧਰੇ ਹੀ ਚਲੇ ਗਏ। ਮਹਿਲ ਨਸਖਣ ਰਹਿ ਗਏ, ਵਾਸਾ ਆਇਆ ਤਲ,
ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮੱਲ। ਇਹ ਜੀ ਇਉਂ ਆਪਣੇ ਆਪ ਨੂੰ ਜਾਣਦਾ ਹੈ ਕਿ ਇਹ ਘਰ ਮੇਰਾ ਹੈ, ਬੜੀ ਪੱਕੀ ਜਿਹੜੀ ਆ ਕੋਠੀ ਬਣਾਉਂਦਾ ਹੈ। ਜਿਵੇਂ ਬਾਣੀ 'ਚ ਜ਼ਿਕਰ ਆਉਂਦਾ, ਗਹਿਰੀ ਕਰਕੇ ਨੀਂਵ ਖੁਦਾਈ ਉੱਪਰ ਮੰਡਪ ਛਾਏ। ਕਹਿੰਦੇ ਪੱਕੀ ਜਿਹੜੀ ਹੈ ਗਹਿਰੀ ਡੂੰਘੀ ਕਰਵਾ ਕੇ ਨੀਂਹ ਪਟਾਉਂਦਾ ਹੈ, ਉੱਤੇ ਬੜੀਆਂ ਮੰਡਪ ਮਹਿਲ ਮਾੜੀਆਂ ਕਿ ਚੰਗੇ ਦੂਰੇ ਤੀਰੇ ਚੁਬਾਰੇ ਪਾਉਣੇ ਆ। ਇਸ ਤਰ੍ਹਾਂ ਦੀ ਹਾਲਤ ਹੈ। ਬਾਹਰਲਿਆਂ ਦੇਸ਼ਾਂ ਵਿੱਚ ਕਈ ਇਹ ਜਿਹੇ ਬਿਲਡਿੰਗਾਂ ਹੈ ਜਿਨ੍ਹਾਂ ਨੂੰ ਜਿਹੜਾ ਹੈ 500-500 ਸਾਲ ਪੁਰਾਣੀਆਂ ਹਨ। ਜਿਨ੍ਹਾਂ ਨੇ ਬਣਵਾਈਆਂ ਉਹ ਤਾਂ ਕਿਧਰੇ ਹੀ ਚਲੇ ਗਏ, ਤੋ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿੱਤ। ਇਹੋ ਜੀ ਉਹਨਾਂ ਦੀ ਹਾਲਤ ਹੁੰਦੀ ਹੈ। ਮਹਾਰਾਜ ਕਹਿੰਦੇ ਕਿੱਥੇ ਭਾਈ ਭੁਲੇਖੇ ਨਾਲ ਇਹਨਾਂ ਨੂੰ ਤੂੰ ਆਪਣੇ ਮੰਨ ਰਿਹਾ ਹੈ। ਦਰਬ ਭਰੇ ਭੰਡਾਰ। ਮਹਾਰਾਜ ਕਹਿੰਦੇ ਭਾਈ ਜਿਹੜੇ ਦਰਬ ਧਨ ਦੇ ਭਰੇ ਹੋਏ ਭੰਡਾਰੇ ਰੱਖੇ ਆ, ਫਿਰ ਕਿਉਂਕਿ ਜਿੱਡਾ ਵੱਡਾ ਮਕਾਨ ਧਨ ਵੀ ਓਨਾ ਹੀ ਅੰਦਰ ਜਮਾ ਕੀਤਾ ਹੁੰਦਾ ਹੈ ਕਿ ਔਖੇ ਵੇਲੇ ਕੰਮ ਆਊਗਾ। ਤੇ ਮਹਾਰਾਜ ਕਹਿੰਦੇ ਦਰਬ ਭਰੇ ਭੰਡਾਰ, ਜਿਹੜੇ ਧਨ ਦੇ ਬਹੁਤੇ ਭੰਡਾਰੇ ਭਰੇ ਹੋਏ ਹਨ। ਰੀਤੇ ਇੱਕ ਖਾਣੇ। ਮਹਾਰਾਜ ਕਹਿੰਦੇ ਇੱਕ ਖਿਣ 'ਚ ਸਾਰੇ ਰੀਤੇ ਖਾਲੀ ਹੋ ਜਾਣਗੇ। ਇੱਕ ਖਿਣ 'ਚ ਸਭ ਮਾਇਆ ਜਿਹੜੀ ਆ ਉਹਨੂੰ ਸਾਧ ਸੰਗਤ ਜੀ ਮੁੱਕ ਜਾਂਦੀ ਹੈ। ਔਖੇ ਵੇਲੇ ਜਿਹੜਾ ਨਾ ਉਹ ਸੋਚਦਾ ਮਾਇਆ ਕੰਮ ਆਊਗੀ। ਜਦੋਂ ਔਖਿਆਈ ਦਾ ਵੇਲਾ ਆਉਂਦਾ, ਭਾਵ ਅੰਤ ਦਾ ਸਮਾਂ ਆਉਂਦਾ ਹੈ, ਉਦੋਂ ਮਾਇਆ ਕੰਮ ਹੀ ਨਹੀਂ ਆਉਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਜੋੜੀ ਹੋਈ ਮਾਇਆ ਵੀ ਨਾ ਇਹਨੂੰ ਸਭ ਫਿਰ ਖਾਲੀ ਪ੍ਰਤੀਤ ਹੁੰਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ। ਦਰਬ ਭਰੇ ਭੰਡਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਿਛਲੀ ਪੰਕਤੀ ਪੱਕੇ ਬੰਕ ਦੁਆਰ। ਮਹਾਰਾਜ ਕਹਿੰਦੇ ਭਾਈ ਇਹ ਜਿਹੜੇ ਸਾਧਨ ਜਿਹੜੇ ਆ ਉਹਨਾਂ ਨੂੰ ਬੜੇ ਪੱਕੇ ਸਮਝਦਾ ਹੈ ਕਿ ਮੈਂ ਬੜੇ ਸਾਧਨ ਕੀਤੇ ਐ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬੰਕ ਬੜੇ ਸੁੰਦਰ ਸੁੰਦਰ ਜਿਹੜੇ ਆ ਭੋਜਨ ਖਾਂਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਆਪਣੀਆਂ ਇੰਦਰੀਆਂ ਰੂਪੀ ਦੁਆਰਿਆਂ ਨੂੰ ਬੜਾ ਸਵਾਰਦਾ ਹੈ, ਆਪਣੇ ਸਮਝਦਾ ਏ। ਮੂਰਖ ਜਾਣੈ ਆਪਣਾ। ਮੂਰਖਤਾਈ ਹੈ ਨਾ ਭਾਈ, ਇਸ ਸਰੀਰ ਰੂਪੀ ਜਿਹੜਾ ਹੈ ਘਰ ਨੂੰ ਆਪਣਾ ਸਮਝਦਾ ਹੈ, ਇੰਦਰੀਆਂ ਰੂਪੀ ਦੁਆਰਿਆਂ ਨੂੰ ਆਪਣਾ ਸਮਝਦਾ, ਇਹਨਾਂ ਨੂੰ ਬੰਕ ਬੜੇ ਸੁੰਦਰ ਬਣਾਉਣ ਵਿੱਚ ਮਹਾਰਾਜ ਕਹਿੰਦੇ ਲੱਗਾ ਰਹਿੰਦਾ ਹੈ। ਮੂਰਖ ਆਪਣੇ ਸਮਝਦਾ ਹੈ ਇਹ ਸਰੀਰ ਰੂਪੀ ਇੰਦਰੀਆਂ ਰੂਪੀ ਦੁਆਰਿਆਂ ਨੂੰ। ਦਰਬ ਭਰੇ ਭੰਡਾਰ। ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਜਿਹੜਾ ਇਸ ਪ੍ਰਕਾਰ ਦਰਬ ਕੀ ਹੈ ਸਾਧ ਸੰਗਤ ਜੀ, ਜਿਹੜਾ ਸਾਧਨਾ ਰੂਪੀ ਜਾਂ ਭੰਡਾਰ ਭਰਿਆ ਹੋਇਆ ਹੈ। ਜੇ ਜਗਿਆਸੂ ਮੁਖ ਤੋਂ ਲਾਈਏ ਤੇ ਆਸਰੀ ਸੰਪਦਾ ਰੂਪੀ ਜਿਹੜਾ ਭੰਡਾਰ ਅੰਦਰ ਭਰਿਆ ਹੋਇਆ ਹੈ। ਰੀਤੇ ਇੱਕ ਖਾਣੇ। ਮਹਾਰਾਜ ਕਹਿੰਦੇ ਜਦੋਂ ਭਾਈ ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਇੱਕ ਖਿਣ ਦੇ ਵਿੱਚ ਹੀ ਸਾਰੇ ਰੀਤੇ ਖਾਲੀ ਕਰ ਦਿੰਦੇ ਆ। ਰੀਤੇ ਭਰੇ ਭਰੇ ਸਖਨਾਵੇ ਯਹ ਤਾ ਕੋ ਵਿਵਹਾਰੇ। ਜੇ ਤਾਂ ਗੁਰੂ ਜੀ ਦੀ ਹੋਵੇ ਕਿਰਪਾ ਤੇ ਫਿਰ ਤਾਂ ਇੱਕ ਖਿਣ 'ਚ ਹੀ ਮਹਾਰਾਜ ਔਗਣਾ ਨੂੰ ਕੱਢ ਕੇ ਖਾਲੀ ਕਰ ਦਿੰਦੇ, ਹਿਰਦਾ ਤੇ ਨਾਮ ਨਾਲ ਭਰ ਦਿੰਦੇ ਐ। ਤੇ ਜੇ ਗੁਰੂ ਕਿਰਪਾ ਨਹੀਂ ਪ੍ਰਾਪਤ ਹੋਈ ਤੇ ਫਿਰ ਸਾਧ ਸੰਗਤ ਜੀ ਗੁਣ ਕੋਈ ਵੀ ਨਹੀਂ, ਗੁਣਾ ਤੋਂ ਖਾਲੀ ਹੈ ਤੇ ਔਗਣਾ ਔਗਣੀ ਅੰਦਰ ਭਰੇ ਹੋਏ ਐ। ਸਤਿਗੁਰੂ ਜੀ ਕਹਿੰਦੇ ਭਾਈ ਜੇ ਤਾਂ ਇਹਨਾਂ ਦੀ ਆਪਣਤ ਛੱਡ ਕਰਕੇ ਗੁਰੂ ਦੇ ਚਰਨੀ ਪਵੇ, ਇੱਕ ਖਿਣ 'ਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਔਗਣਾ ਤੋਂ ਖਾਲੀ ਕਰ ਦਿੰਦੇ ਐ, ਆਸਰੀ ਸੰਪਦਾ ਨਾਸ਼ ਕਰ ਦਿੰਦੇ ਆ। ਤਾਜੀ ਰਥ ਤੁਖਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੁਰਕਾਨ ਦੇਸ਼ ਦਾ ਜਿਹੜਾ ਤਾਜੀ ਘੋੜਾ ਹੈ, ਇਸ ਪ੍ਰਕਾਰ ਤੁਖਾਰ ਜਿਹੜੇ ਊਠ ਹਨ। ਫਿਰ ਪੜੋ ਤਾਜੀ ਰਥ ਤੁਖਾਰ। ਰਥ ਜਿਹੜੇ ਜਿਨ੍ਹਾਂ ਦੇ ਅੱਗੇ ਘੋੜੇ ਜਿਹੜੇ ਆ ਜੋਈ ਦੇ ਆ। ਜਿਹੜੀ ਇੰਗਲੈਂਡ ਦੀ ਰਾਣੀ ਆ ਉਹ ਸਾਧ ਸੰਗਤ ਜੀ ਅੱਜ ਵੀ ਜਦੋਂ ਉਹਨਾਂ ਨੇ ਆਪਣਾ ਉਹ ਜਿਹੜਾ ਹੈ ਰਵਾਇਤੀ ਮਾਰਚ ਕੱਢਦੇ ਆ ਨਾ, ਤੇ ਉਹ ਭਾਵੇਂ ਇੰਨੀਆਂ ਗੱਡੀਆਂ ਵੀ ਉਹਨਾਂ ਕੋਲ ਇੰਨੀਆਂ ਮਹਿੰਗੀਆਂ, ਪਰ ਉਹ ਰਥ ਤੇ ਸਵਾਰ ਹੋ ਕਰਕੇ ਹੀ ਆਪਣਾ ਉਹ ਜਲੂਸ ਮਾਰਚ ਕੱਢਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਤਾਜੀ ਬੜੇ ਹੀ ਤੁਰਕਾਨ ਦੇਸ਼ ਦੇ ਸੁੰਦਰ ਘੋੜੇ, ਕਿਉਂਕਿ ਆਲਾ ਨਸਲ ਦੇ ਘੋੜੇ ਵੀ ਉਹ ਰੱਖਦੇ ਆ ਇਹਨਾਂ ਦੇ ਉੱਤੇ, ਕਿਉਂਕਿ ਅੱਜ ਸਮਾਂ ਬਦਲਿਆ ਤੇ ਮੋਟਰ ਗੱਡੀਆਂ ਦੇ ਉੱਤੇ ਮਾਣ ਕਰਦੇ ਆ ਕਿ ਕਿਹੜੀ ਕੰਪਨੀ ਦੀ ਮਹਿੰਗੀ ਮੇਰੇ ਕੋਲ ਗੱਡੀ ਹੈ। ਮਹਾਰਾਜ ਕਹਿੰਦੇ ਭਾਈ ਤੁਰਕਾਨ ਦੇਸ਼ ਦੇ ਘੋੜੇ, ਰੱਥ ਤੇ ਤੁਖਾਰ ਜਿਹੜੇ ਊਠਾਂ ਦੀਆਂ ਸਵਾਰੀਆਂ ਹਨ। ਹਾਥੀ ਪਾਖਰੇ। ਤੇ ਹਾਥੀਆਂ ਦੀਆਂ ਅੰਬਾਰੀਆਂ ਪਾਉਣੀਆਂ। ਤੇ ਇਸ ਪ੍ਰਕਾਰ ਪਾਖਰੇ ਜਿਹੜੀਆਂ ਕਾਠੀਆਂ ਵਾਲੇ ਮਹਾਰਾਜ ਕਹਿੰਦੇ ਭਾਈ ਘੋੜ ਚੜੇ, ਜਿਹੜੇ ਘੋੜ ਸਿਪਾਹੀ ਹੁੰਦੇ ਆ। ਬਾਗ ਮਿਲਖ ਘਰ ਬਾਰ। ਤੇ ਇਸ ਪ੍ਰਕਾਰ ਫਿਰ ਬਾਗ ਬੜੇ ਬੜੇ ਕਈਆਂ ਨੇ ਸੈਰ ਕਰਨ ਨੂੰ ਲਾਏ ਐ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਗੀਰਾਂ ਬੜੀਆਂ ਆਪਣੀਆਂ ਬਣਾਈਆਂ ਹਨ ਬਾਗ ਮਿਲਖ ਘਰ ਬਾਰ ਤੇ ਘਰ-ਬਾਰ ਮਹਾਰਾਜ ਕਹਿੰਦੇ ਬੜਾ ਸੋਹਣਾ ਬਣਾਇਆ ਹੈ। ਕਿੱਥੈ ਸੇ ਆਪਣੇ ਸਤਿਗੁਰੂ ਜੀ ਕਹਿੰਦੇ ਕਿੱਥੇ ਸੇ ਆਪਣੇ। ਇਹ ਸਾਧ ਸੰਗਤ ਜੀ ਇਸ ਪ੍ਰਕਾਰ ਪਹਿਲਾ ਪਾਠ ਹੈ ਤੇ ਉਹ ਕਿੱਥੇ ਹੈ ਆਪਣੇ। ਆਪਣੇ ਨਹੀਂ ਫਿਰ ਰਹਿੰਦੇ ਜਦੋਂ ਸਰੀਰ ਛੁੱਟਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਉਹ ਬਾਗਾਂ ਦੀਆਂ ਸੈਰਾਂ, ਨਾ ਉਹ ਘੋੜੇ, ਨਾ ਉਹ ਊਠ, ਨਾ ਉਹ ਸਾਧ ਸੰਗਤ ਜੀ ਘੋੜ ਸੋ ਚੜੇ ਅਸਵਾਰ, ਨਾ ਇਸ ਪ੍ਰਕਾਰ ਉਹ ਰੱਥ। ਮਹਾਰਾਜ ਕਹਿੰਦੇ ਭਾਈ ਕੋਈ ਵੀ ਚੀਜ਼ ਫਿਰ ਆਪਣੀ ਨਹੀਂ ਰਹਿੰਦੀ ਹੈ, ਸਭ ਪਰਾਇਆ ਹੋ ਜਾਂਦਾ ਹੈ ਸਭ ਕੁਝ ਹੀ। ਤੇ ਇਸ ਪ੍ਰਕਾਰ ਫਿਰ ਪੜੋ ਬਾਗ ਮਿਲਖ ਘਰ ਬਾਰ। ਮਹਾਰਾਜ ਕਹਿੰਦੇ ਭਾਈ ਸੁੰਦਰ ਬਾਗ ਤੇ ਮਿਲਖ ਇਸ ਪ੍ਰਕਾਰ ਜਗੀਰਾਂ ਤੇ ਘਰ-ਬਾਰ ਕਿੱਥੈ ਸੇ ਆਪਣੇ ਜਿਹੜੀਆਂ ਇਸ ਪ੍ਰਕਾਰ ਮਿਸਲਾਂ ਬਣਾਉਣੀਆਂ ਤੇ ਕਿੱਥੇ ਹਨ। ਮਹਾਰਾਜ ਕਹਿੰਦੇ ਭਾਈ ਆਪਣੇ ਨਹੀਂ ਹਨ। ਤੰਬੂ ਪਲੰਗ ਨਿਵਾਰ। ਫਿਰ ਪੜੋ ਪੰਕਤੀ ਇਹ ਕਿੱਥੈ ਸੇ ਆਪਣੇ ਕਿੱਥੇ ਸੇ ਆਪਣੇ। ਸਿਆਪਣੇ ਪਾਠ ਇਕੱਠਾ ਦੂਸਰਾ ਪਾਠ ਹੈ। ਸਿਆਪਣੇ ਦਾ ਅਰਥ ਹੈ ਕਿ ਜਿਵੇਂ ਸਿਆਣਨਾ ਭਾਵ ਪਛਾਨਣਾ। ਮਹਾਰਾਜ ਕਹਿੰਦੇ ਭਾਈ ਪਛਾਣ ਹਾਂ ਇਹ ਕਿੱਥੇ ਹੈ ਤੇਰੇ ਆਪਣੇ, ਤੇਰੇ ਆਪਣੇ ਨਹੀਂ ਹਨ। ਸਿਆਪਣੇ ਦਾ ਭਾਵ ਜਿਹੜਾ ਹੈ ਸਿਆਣਨਾ ਭਾਵ ਜਾਣਨਾ। ਕਿੱਥੇ ਹਨ ਮਹਾਰਾਜ ਕਹਿੰਦੇ ਭਾਈ ਤੇਰੇ ਆਪਣੇ ਨਹੀਂ ਹਨ ਜਿਨ੍ਹਾਂ ਨੂੰ ਤੂੰ ਆਪਣੇ ਸਮਝੀ ਬੈਠਾ ਏ। ਤੰਬੂ ਪਲੰਗ ਨਿਵਾਰ। ਫਿਰ ਬੜੇ ਬੜੇ ਸ਼ਾਮਿਆਨੇ ਹੁੰਦੇ ਆ ਜਿਨ੍ਹਾਂ ਨੂੰ ਮਹਿੰਗੇ ਤੰਬੂ ਰਾਜੇ ਲੋਕ ਜਿਹੜੇ ਆ ਉਹ ਲਾਉਂਦੇ ਆ। ਇਸ ਪ੍ਰਕਾਰ ਨਵਾਰੀ ਜਿਹੜੇ ਪਲੰਗ ਹਨ। ਸਰਾਏ 'ਚ ਲਾਲਤੀ। ਫਿਰ ਇਸ ਪ੍ਰਕਾਰ ਸਰਾਏ 'ਚ ਜਿਹੜੀਆਂ ਕਨਾਤਾਂ ਹੁੰਦੀਆਂ, ਲਾਲਤੀ ਇੱਕ ਰੇਸ਼ਮੀ ਵਸਤਰ ਹੁੰਦਾ ਹੈ ਬੜਾ ਚਮਕੀਲਾ ਜਿਹੜਾ ਚਮਕਦਾ ਹੈ, ਜਿਹਦੇ ਨਾਲ ਇਹ ਰਾਜੇ ਲੋਕ ਅੰਬਾਰੀਆਂ ਆਦਿਕ ਜਦੋਂ ਪਾਉਂਦੇ ਆ ਵਿਛਾਈਆਂ ਜਾਂ ਕਨਾਤਾਂ ਇਹਦੀਆਂ ਲਾਉਂਦੇ ਹਨ। ਨਾਨਕ ਸੱਚ ਦਾਤਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸੱਚ ਵਾਹਿਗੁਰੂ ਸਦਾ ਰਹਿਣ ਵਾਲਾ ਜੋ ਹੈ ਉਹ ਹੀ ਦਾਤਾਂ ਦੇ ਦੇਣ ਵਾਲਾ ਦਾਤਾਰ ਹੈ। ਇਹ ਸਤਿਗੁਰੂ ਜੀ ਕਹਿੰਦੇ ਭਾਈ ਪਦਾਰਥਾਂ ਨੂੰ ਜੀਵ ਭੁੱਲ ਨਾਲ ਭੁਲੇਖੇ ਨਾਲ ਆਪਣੇ ਸਮਝਦਾ ਏ। ਸਿਨਾਖਤ ਕੁਦਰਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਚਾਨ ਕਰੇ ਕੁਦਰਤ ਦੀ ਸ਼ਕਤੀ ਹੈ ਸਾਰੀ, ਪਰਮੇਸ਼ਰ ਨੇ ਹੀ ਤੈਨੂੰ ਦੇਣਾ ਕੀਤਾ ਹੈ। ਇਹ ਸਤਿਗੁਰੂ ਜੀ ਕਹਿੰਦੇ ਸ਼ਨਾਖਤ ਕਰ ਲੈ, ਤੂੰ ਆਪਣੀ ਨਾ ਸਮਝ। ਇਹ ਭੁਲੇਖਾ ਹੈ ਤੇਰਾ ਕਿ ਤੂੰ ਸਮਝ ਰਿਹਾ ਕਿ ਮੇਰੇ ਆਪਣੇ ਹੈ। ਮਹਾਰਾਜ ਕਹਿੰਦੇ ਤੇਰੇ ਆਪਣੇ ਨਹੀਂ। ਜੇ ਆਪਣੇ ਸਮਝਦਾ ਰਹੇਗਾ ਤੇ ਪਛਤਾਵਾ ਲੱਗੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਸੰਸਾਰ ਵਿੱਚ ਰਹਿੰਦਾ ਹੋਇਆ ਇਹ ਸਾਰੇ ਭਾਵੇਂ ਸੁਖ ਭਾਈ ਮਾਣ, ਪਰ ਇਹਨਾਂ ਨੂੰ ਤੂੰ ਆਪਣੇ ਨਾ ਸਮਝ, ਕਿਉਂਕਿ ਇਹ ਕੁਦਰਤ ਨੇ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਹੀ ਸਾਰਾ ਤੇਰੇ ਪੁੰਨਾਂ ਦੇ ਕਰਕੇ ਤੈਨੂੰ ਦੇਣਾ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਉਦੋਂ ਇਹ ਸਾਰਾ ਕੁਝ ਹੀ ਹੱਥੋਂ ਖੁੱਸ ਜਾਂਦਾ ਹੈ। ਜੀਵ ਫਿਰ ਪਛਤਾਉਂਦਾ ਹੈ ਕਿਉਂਕਿ ਜਿਹੜੀ ਚੀਜ਼ ਨੂੰ ਆਪਣਾ ਸਮਝਿਆ ਉਹ ਨਾਲ ਨਹੀਂ ਚੱਲਦੀ। ਵਾਹਿਗੁਰੂ ਨੂੰ ਆਪਣਾ ਸਮਝ ਉਹ ਤੇਰੇ ਨਾਲ ਚੱਲੇਗਾ। ਵਾਹਿਗੁਰੂ ਦੇ ਨਾਮ ਨੂੰ ਜਪ ਲੈ, ਉਹ ਫਿਰ ਇੱਥੇ ਵੀ ਤੇਰੇ ਨਾਲ ਨਿਭੇਗਾ, ਪਰਲੋਕ ਵਿੱਚ ਵੀ ਤੇਰੇ ਨਾਲ ਨਿਭੇਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਆ, ਹਜੂਰ ਰਹਿਮਤ ਕਰਨ ਹਿਰਦੇ 'ਚ ਵਸੇ। ਇੱਥੇ ਜੋ ਮਹਾਰਾਜ ਕਾਜੀ ਨੂੰ ਪ੍ਰਕਰਨ ਰੱਖ ਕੇ ਉਪਦੇਸ਼ ਦਿੱਤਾ ਹੈ, ਇਹ 8 ਸ਼ਲੋਕ ਨਾਲੇ 8 ਪੌੜੀਆਂ ਵਾਹਿਗੁਰੂ ਸੰਪੂਰਨ ਹੋਈਆਂ ਹਨ। ਅੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ 9ਵੀਂ ਪੌੜੀ ਵਿੱਚ ਜਿਵੇਂ ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਨਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੰਬੂ ਪਲੰਗ ਨਿਵਾਰ ਸਰਾਏ 'ਚ ਲਾਲਤੀ, ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ।